खेत जो मांड्यो सूरमा, अब जुजन सोदा सूरा सो पहचानिए, जो दीन के पुरजा पुरजा काट मरै, अब हूँ न छाड़ै खेता। ना छाड़ै खेत, सतनाम ਸ੍ਰੀ ਵਾਹਿਗੁਰੂ ਸਾਹਿਬ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, संत टहल की बेला। ईहा खाट चलहो हर लाहा, आगे बसन सुहेला। करो बेनंती सुनो मेरे मीता, संत टहल की बेला। ईहा खाट चलहो हर लाहा, आगे बसन सुहेला। परम सन्मान जोग चवर छतर तख्त दे मालक सतगुरु, राजान राज पानान पान, देवान देव उपमा महान। ज्ञान दे मुजस्मे सुखां दे दाते, दया निध धन धन सतगुरु श्री गुरु ग्रंथ साहिब जी दी पावन पवित्र हजूरी दे अंदर ਅੰਮ੍ਰਿਤ ਵੇਲੇ ਦੇ ਜੋ ਸੁੰਦਰ ਦੀਵਾਨ ਸਜੇ ਹਨ, ਸਜੇ ਹੋਏ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਕੀ ਸੰਗਤ ਦਾ ਆਨੰਦ ਪ੍ਰਾਪਤ ਕਰ ਰਹੇ ਗੁਰੂ ਸਵਾਰੇ ਗੁਰੂ ਪਿਆਰੇ ਖਾਲਸਾ ਜੀ, ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਨੂੰ ਸਾਰਿਆਂ ਨੂੰ ਗੁਰੂ ਕੀ ਪਵਿੱਤਰ ਹਜ਼ੂਰੀ ਦੇ ਵਿੱਚ ਬੈਠ ਕੇ ਗੁਰ ਉਪਦੇਸ਼ ਸਰਵਣ ਕਰਨ ਦਾ ਇਹ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਪਾਵਨ ਪਵਿੱਤਰ ਗੁਰੂ ਕੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਨੂੰ ਸਰਵਣ ਕਰਨ ਤੋਂ ਪਹਿਲੋਂ ਸਾਰੀ ਹੀ ਸੰਗਤ ਬੜੀ ਭਾਵਨਾ ਦੇ ਨਾਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾਓ। ਸਤਿਕਾਰ ਸਹਿਤ ਬੁਲਾਈ ਗੁਰੂ ਕੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜਿੱਥੇ ਆਪਾਂ ਨਿਤਰ ਪ੍ਰਤੀ ਪਾਵਨ ਲੜੀ ਦੇ ਤਹਿਤ ਗੁਰੂ ਕੀ ਬਾਣੀ ਦੀ ਵਿਚਾਰ ਸਰਵਣ ਕਰਦੇ ਹਾਂ, ਉੱਥੇ ਜਿਵੇਂ ਕੱਲ ਵੀ ਆਪ ਜੀ ਨੂੰ ਬਚਨ ਦਰਸਾਏ ਸਨ ਕਿ ਇਹ ਜੋ ਹਫਤਾ ਹੈ ਜੂਨ 1984 ਦੇ ਵਿੱਚ ਭਾਰਤੀ ਫੌਜ ਨੇ ਭਾਰਤੀ ਹਕੂਮਤ ਦੀ ਸ਼ਹਿ ਦੇ ਉੱਪਰ ਇੱਕ ਨਹੀਂ ਅਨੇਕਾਂ ਦੇਸ਼ਾਂ ਦੇ ਸਰਕਾਰ ਦੇ ਸਹਾਇਤਾ ਲੈ ਕੇ ਜੋ ਸਿੱਖਾਂ ਦੀ ਨਸਲਕੁਸ਼ੀ ਕੀਤੀ, ਇਵੇਂ ਕਹਿ ਲਈਏ ਕਿ ਸਿੱਖ ਧਾਰਮਿਕ ਅਸਥਾਨਾਂ ਔਰ ਸਿੱਖਾਂ ਦੀ ਹੋਂਦ ਨੂੰ ਖਤਮ ਕਰਨ ਦਾ ਇੱਕ ਕੋਝਾ ਯਤਨ ਕੀਤਾ, ਜਿਸ ਦੇ ਤਹਿਤ ਗੁਰੂ ਕੇ ਸੂਰਮਿਆਂ ਨੇ, ਜਿਨ੍ਹਾਂ ਦੇ ਜੀਵਨ ਦੇ ਵਿੱਚ ਧਰਮ ਯੁੱਧ ਦਾ ਚਾਅ ਸੀ, ਬੇਖੌਫ ਹੋ ਕੇ ਆਪਣੇ ਪ੍ਰਾਣਾਂ ਦੀਆਂ ਆਹੂਤੀਆਂ ਆਪਣੇ ਧਰਮ ਦੇ ਵਾਸਤੇ ਦਿੱਤੀਆਂ। ਜੂਨ 1984 ਦੇ ਵਿੱਚ 4 ਜੂਨ 1 ਵਜੇ ਤੋਂ ਹੀ ਸ੍ਰੀ ਹਰਿਮੰਦਰ ਸਾਹਿਬ ਜੀ ਵਾਲੇ ਪਾਸੇ ਆਏ ਹੋਏ ਜਿਹੜੇ ਜਰਨਲ ਸਨ, ਉਹਨਾਂ ਦੇ ਹੁਕਮਾਂ ਨੂੰ ਪ੍ਰਾਪਤ ਕਰਕੇ ਗੋਲੀ ਚੱਲਣੀ ਸ਼ੁਰੂ ਹੋਈ। ਅੱਗਿਓਂ ਗੁਰੂ ਕੇ ਸਿੰਘ ਸੂਰਮਿਆਂ ਨੇ ਜਿਹੜੇ ਗੋਲੀ ਚਲਾ ਰਹੇ ਸਨ, ਉਹਨਾਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ। ਅਨੇਕਾਂ ਉਹਨਾਂ ਦੇ ਜਿਹੜੇ ਫੌਜੀ ਸਨ, ਜਦੋਂ ਸਿੰਘਾਂ ਦੇ ਨਾਲ ਮੁੱਠ-ਭੇੜ ਹੋਇਆ, ਆਮੋ ਸਾਹਮਣੇ ਗੋਲਾਬਾਰੀ ਚੱਲੀ ਤਾਂ ਉਸ ਦੇ ਵਿੱਚ ਮਾਰੇ ਗਏ। ਇਸ ਤੋਂ ਬਾਅਦ ਇੱਕ ਦੋ ਨਹੀਂ, ਕਰੀਬਨ 5 ਘੰਟੇ ਲਗਾਤਾਰ ਜਿਤਨੇ ਵੀ ਇਹ ਜਰਨਲ ਆਏ ਸਨ, ਫੌਜ ਦੇ ਮੁਖੀ ਆਏ ਸਨ, ਇਹਨਾਂ ਨੇ ਸਮੇਤ ਇੰਦਰਾ ਗਾਂਧੀ ਔਰ ਰਾਜੀਵ ਗਾਂਧੀ ਦੇ ਨਾਲ ਗੱਲਬਾਤ ਕਰਕੇ ਆਪਣੇ ਵੱਲੋਂ ਮਨ ਹੀ ਮਨ ਦੇ ਵਿੱਚ ਇੱਕ ਵਾਰ ਹਾਰ ਕਬੂਲ ਲਈ। ਸੋਚਿਆ ਕਿ ਬੜੀ ਮੁਸ਼ਕਲ ਗੱਲ ਹੈ, ਅਸੀਂ ਤਾਂ ਸੋਚਿਆ ਹੈ ਕਿ ਜਿਹੜੇ ਵੱਡੇ ਵੱਡੇ ਦੇਸ਼ ਸਨ, ਉਹਨਾਂ ਦੀਆਂ ਫੌਜ ਦੀਆਂ ਬਾਹਾਂ ਅਸੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀ ਸੈਨਾ ਸੀ, ਉਹਨਾਂ ਦੀਆਂ ਬਾਹਾਂ ਖੜੀਆਂ ਕਰਾਤੀਆਂ, ਬਿਨਾਂ ਲੜੇ ਤੋਂ ਉਹਨਾਂ ਦੇ ਨਾਲ ਜਿੱਤਾਂ ਪ੍ਰਾਪਤ ਕੀਤੀਆਂ ਹਨ। ਪਰ ਜੇ 1 ਜੂਨ ਵਾਲੇ ਦਿਨ ਅਸੀਂ ਫਾਇਰਿੰਗ ਕੀਤੀ, ਉਸ ਦਾ ਕੋਈ ਜਵਾਬ ਨਾ ਆਇਆ। 3 ਜੂਨ ਨੂੰ ਫਾਇਰਿੰਗ ਕੀਤੀ, ਉਸ ਦੇ ਵਿੱਚ ਲਾਸ਼ਾਂ ਦੇ ਢੇਰ ਲੱਗ ਗਏ। ਹੁਣ ਜੇ ਤੜਕਸਾਰ ਅਸੀਂ ਸੋਚਿਆ ਕਿ ਫਾਇਰਿੰਗ ਕਰਕੇ ਇਹਨਾਂ ਦੇ ਜਿਹੜੇ ਸਿੰਘ ਹਨ ਉਹਨਾਂ ਨੂੰ ਸ਼ਹੀਦ ਕਰ ਦਿੰਨੇ ਆ, ਤੇ ਉਸ ਵੇਲੇ ਵੀ ਜਿਸ ਮਨਸ਼ਾ ਨੂੰ ਲੈ ਕਰਕੇ ਅਸੀਂ ਹੱਲਾ ਕੀਤਾ ਸੀ, ਉਹ ਮਨਸ਼ਾ ਸਾਡੀ ਪੂਰੀ ਨਾ ਹੋਈ।
ਇਹ ਜਦੋਂ ਸਾਰੀਆਂ ਗੱਲਾਂ ਜਰਨਲ ਵੈਦਿਆ ਕੇ ਸੁੰਦਰ ਜੀ ਉਹਨਾਂ ਨੇ ਦੱਸੀਆਂ ਤਾਂ ਜਿਹੜੀ ਇੰਦਰਾ ਗਾਂਧੀ ਸੀ ਉਹ ਇੱਕ ਵਾਰ ਨਿਰਾਸ਼ਾ ਦੇ ਵਿੱਚ ਚਲੇ ਗਏ ਕਿ ਦੁਨੀਆ ਦੀਆਂ ਜਿਹੜੀਆਂ ਫੌਜਾਂ ਹਨ ਉਹ ਸਾਨੂੰ ਕੀ ਕਹਿਣਗੀਆਂ ਕਿ ਇੱਕ ਛੋਟੀ ਜੀ ਬਿਲਡਿੰਗ ਉਸ ਦੇ ਉੱਪਰ ਹੀ ਤੁਸੀਂ ਕਾਬੂ ਨਹੀਂ ਕਰ ਸਕੇ। ਇਵੇਂ ਕਹਿੰਦੇ 5 ਘੰਟਿਆਂ ਤੋਂ ਬਾਅਦ ਮੀਟਿੰਗ ਦੇ ਵਿੱਚ ਇਹ ਮਤਾ ਤੈਅ ਹੋਇਆ ਕਿ ਹੁਣ ਦੁਨੀਆ ਦੇ ਵਿੱਚ ਜਿਹੜੇ ਸਾਰਿਆਂ ਦੇ ਨਾਲੋਂ ਵੱਧ ਜਿਸ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਉਹ ਫੌਜ ਜਿਨ੍ਹਾਂ ਦੀ ਉਮਰ ਕਰੀਬਨ ਫੌਜ ਦੇ ਵਿੱਚ 22 ਤੋਂ 28 ਸਾਲ ਦੀ ਹੁੰਦੀ ਹੈ, ਜਿਸ ਨੂੰ ਕਮਾਂਡੋ ਕਹਿੰਦੇ ਹਨ। ਜਿਹੜੀ ਫੌਜ ਜਾਂ ਉਸ ਫੌਜ ਦੇ ਜਿਹੜੇ ਸੁਰੱਖਿਆ ਦਸਤੇ ਹਨ ਉਹ ਵੱਡੇ ਵੱਡੇ ਜਿਹੜੇ ਲੀਡਰ ਹਨ, ਰਾਸ਼ਟਰਪਤੀ ਵਗੈਰਾ, ਉਹਨਾਂ ਦੇ ਨਾਲ ਉਹਨਾਂ ਦੀ ਸੁਰੱਖਿਆ ਦੇ ਵਾਸਤੇ ਤਾਇਨਾਤ ਕੀਤੇ ਜਾਂਦੇ ਹਨ। ਉਹਨਾਂ ਨੂੰ ਸੱਦ ਕੇ ਉਹਨਾਂ ਦੇ ਪਾਸੋਂ ਹਮਲਾ ਕਰਾਇਆ ਜਾਵੇ। ਬ੍ਰਹਮ ਮਿਸ਼ਰਾ ਦੀ ਅਗਵਾਈ ਦੇ ਵਿੱਚ 1300 ਕਮਾਂਡੋ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ ਦੇ ਵਾਸਤੇ, ਸੰਤਾਂ ਨੂੰ ਪਕੜਨ ਦੇ ਵਾਸਤੇ ਜਾਂ ਸ਼ਹੀਦ ਕਰਨ ਦੇ ਵਾਸਤੇ, ਹੋਰ ਜਿੰਨੇ ਵੀ ਸਿੰਘ ਸਨ ਉਹਨਾਂ ਨੂੰ ਸ਼ਹੀਦ ਕਰਨ ਦੇ ਵਾਸਤੇ ਸੱਦਿਆ ਗਿਆ। ਯੋਜਨਾ ਤਾਂ ਉਹਨਾਂ ਨੇ ਬਥੇਰੀ ਕੀਤੀ ਪਰ ਯੋਜਨਾ ਦੇ ਵਿੱਚ ਉਹ ਵੀ ਕਾਮਯਾਬ ਨਹੀਂ ਰਹੇ। ਆਖਰਕਾਰ ਨੂੰ ਬਖਤਰਬੰਦ ਜਿਹੜੀਆਂ 6 ਗੱਡੀਆਂ ਸਨ ਉਹਨਾਂ ਸੋਚਿਆ ਕਿ ਉਹ ਲੰਗਰ ਹਾਲ ਵਾਲੀ ਜਿਹੜੀ ਬਾਹੀ ਹੈ ਇਸ ਥਾਨੀ ਥੱਲੇ ਉਤਾਰ ਦਿੰਦੇ ਆ, ਸਾਹਮਣੇ ਪਾਸਿਓਂ ਜਿਹੜਾ ਹਮਲਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਕਰ ਦਵਾਂਗੇ। ਸਵੇਰ ਦੇ ਸਮੇਂ ਜਦੋਂ ਉਹਨਾਂ ਦਾ ਕੀਤਾ ਹੋਇਆ ਹਮਲਾ ਨਾ ਕਾਮਯਾਬ ਹੋਇਆ, ਉਸ ਤੋਂ ਬਾਅਦ ਜਿਹੜੇ ਕਮਾਂਡੋ ਸਨ ਉਹਨਾਂ ਨੇ ਹੱਲਾ ਕੀਤਾ, ਉਹ ਵੀ ਨਾਕਾਮਯਾਬ ਰਹੇ। ਤਾਂ ਜਿਹੜੀਆਂ ਇਹ 6 ਗੱਡੀਆਂ ਜਦੋਂ ਇਹਨਾਂ ਨੇ ਅੰਦਰ ਵਾੜਨ ਦਾ ਯਤਨ ਕੀਤਾ, ਰਾਕਟ ਲਾਂਚਰ ਦੇ ਨਾਲ ਜਿਹੜੀਆਂ 4 ਗੱਡੀਆਂ ਸਨ ਉਹਨਾਂ ਨੂੰ ਗੁਰੂ ਕੇ ਸਿੰਘ ਸੂਰਮਿਆਂ ਨੇ ਉਡਾ ਦਿੱਤਾ। ਜਿਹੜੇ 2 ਗੱਡੀਆਂ ਬਚ ਗਈਆਂ ਸਨ ਉਹਨਾਂ ਦੇ ਵਿੱਚ ਫੌਜੀ ਤਾਇਨਾਤ ਸਨ, ਉਹਨਾਂ ਦੇ ਵੀ ਸਰੀਰ ਨੂੰ ਹੱਲਾ ਚੱਲੀ ਮਚ ਗਈ। ਗੁਰੂ ਕੇ ਸਿੰਘ ਸੂਰਮਿਆਂ ਨੇ ਆਪਣੇ ਸਰੀਰ ਦੇ ਉੱਪਰ RDX ਬੰਨ ਕੇ ਉਹ ਜਿਹੜੀਆਂ ਰਹਿੰਦੀਆਂ ਹੋਈਆਂ 2 ਗੱਡੀਆਂ ਸਨ ਉਹਨਾਂ ਨੂੰ ਵੀ ਇੰਨਾ ਕੁ ਨਕਾਰਾ ਕਰਤਾ ਕਿ ਉਹਨਾਂ ਦੇ ਵਿੱਚੋਂ ਵੀ ਜਿਹੜੀ ਗੋਲੀ ਸੀ ਉਹ ਚੱਲ ਨਹੀਂ ਸੀ ਸਕਦੀ। ਐਸੇ ਮਹਾਨ ਸਿੰਘ ਸੂਰਮੇ ਜਿਨ੍ਹਾਂ ਦੇ ਬਾਬਤ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਚਨ ਲਿਖਿਆ ਹੈ ਕਿ ਦੁਨੀਆ ਦੇ ਆਮ ਲੋਕ ਜਦੋਂ ਸਰੀਰ ਦੇ ਉੱਪਰ ਹੀ ਵਿਪਤਾ ਪੈਂਦੀ ਹੈ ਨਾ ਉਦੋਂ ਘਬਰਾ ਜਾਂਦੇ ਹਨ, ਪਰ ਸਰੀਰ ਦੇ ਉੱਪਰ ਵੀ ਕਿੰਨਾ ਗਾੜਾ ਦੁੱਖ ਹੈ। ਕਈ ਦਿਨ ਹੋ ਗਏ ਹਨ ਕੋਈ ਵੀ ਅੰਦਰ ਜਿਹੜੀ ਸਹਾਇਤਾ ਹੈ ਉਹ ਆ ਨਹੀਂ ਰਹੀ। ਹੋ ਸਕਦਾ ਹੈ ਕਈਆਂ ਸਿੰਘਾਂ ਨੇ ਪ੍ਰਸ਼ਾਦਾ ਪਾਣੀ ਛਕਿਆ ਹੋਵੇ, ਕਈਆਂ ਨੇ ਨਾ ਛਕਿਆ ਹੋਵੇ। ਹੋ ਸਕਦਾ ਹੈ ਕਿ ਕਈਆਂ ਨੂੰ ਰਾਤ ਵੇਲੇ ਆਰਾਮ ਕੀਤਾ ਹੋਵੇ ਜਾਂ ਨਾ ਕੀਤਾ ਹੋਵੇ, ਕਿਉਂਕਿ 1 ਵਜੇ ਸਵੇਰੇ ਹੀ ਹੱਲਾ ਬੋਲਤਾ ਸੀ। ਕੂਟਨੀਤੀ ਦੇ ਮੁਤਾਬਕ
ਪਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਬਚਨ ਹੈ, ਸਿੰਘ ਸਾ ਪੁਰਸ਼ ਪਦਮਨੀ ਇਨ ਕਾ ਯਹੀ ਸੁਭਾਓ, ਜਿਉਂ ਜਿਉਂ ਦੁਖ ਗਾੜੋ ਹੋਏ ਤਿਉਂ ਤਿਉਂ ਆਗੇ ਪਾਓ। ਚੰਗੀ ਇਸਤਰੀ ਉਸ ਨੂੰ ਮੰਨਿਆ ਜਾਂਦਾ ਹੈ ਜਿਹੜੇ ਪਤੀ ਦੇ ਉੱਪਰ ਜਿੰਨੀ ਮਰਜ਼ੀ ਵਿਪਤਾ ਆ ਜਾਵੇ ਤੇ ਵਿਪਤਾ ਦੇ ਸਮੇਂ ਆਪਣੇ ਪਤੀ ਦਾ ਪੱਲਾ ਨਾ ਛੱਡੇ। ਫਿਰ ਚੰਗਾ ਪੁਰਸ਼ ਉਸ ਨੂੰ ਮੰਨਿਆ ਜਾਂਦਾ ਹੈ ਕਿ ਵਿਪਤਾ ਦੇ ਵੇਲੇ ਆਪਣੇ ਜਿਹੜੇ ਮਦਦਗਾਰ ਲੋਕ ਹੋਏ ਹੁੰਦੇ ਹਨ, ਜਦੋਂ ਉਹਨਾਂ ਦੇ ਉੱਪਰ ਵਿਪਤਾ ਪਵੇ ਉਹਨਾਂ ਦਾ ਸਾਥ ਨਾ ਤਿਆਗੇ। ਤੁਹਾਨੂੰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਕਿ ਅਸਲੀਅਤ ਦੇ ਵਿੱਚ ਸੂਰਮਾ ਉਹ ਹੈ ਕਿ ਡਿੰਗ ਤਾਂ ਹਰੇਕ ਹੀ ਮਾਰ ਲੈਂਦਾ, ਕਿ ਮੇਰੇ ਵਰਗਾ ਸੂਰਮਾ ਸੰਸਾਰ ਦੇ ਵਿੱਚ ਕੋਈ ਨਹੀਂ। ਜਿਹੜੇ ਬਾਹਾਂ ਖੜੀਆਂ ਕਰਕੇ ਅੱਜ ਦੇ ਦਿਨ ਸ਼ਾਮ ਵੇਲੇ ਬਾਹਰ ਆ ਗਏ ਸਨ ਅਕਾਲੀ ਲੀਡਰ, ਜਿਨ੍ਹਾਂ ਨੇ ਭੇਤ ਦਿੱਤਾ। ਔਰ ਸਾਕਾ ਨੀਲਾ ਤਾਰਾ ਜੋ ਕਿਤਾਬ ਹੈ ਉਸ ਦੇ ਵਿੱਚ ਇਹ ਗੱਲ ਕੁਲਦੀਪ ਬਰਾੜ ਲਿਖਦੇ ਵੀ ਸ਼ਾਇਦ ਉਹ ਭੇਤ ਨਾ ਦਿੰਦੇ ਤੇ ਜਿਹੜਾ ਅਸੀਂ ਇਹ ਹੱਲਾ ਕੀਤਾ ਸੀ ਉਸ ਦੇ ਵਿੱਚ ਸਾਨੂੰ ਕਾਮਯਾਬੀ ਨਾ ਮਿਲਦੀ। ਕਿਉਂਕਿ ਦਾਨੇ ਕਹਿੰਦੇ ਨਾ ਵੀ ਜਿਹੜਾ ਘਰ ਦਾ ਭੇਤੀ ਉਹ ਲੰਕਾ ਵੀ ਟਵਾ ਦਿੰਦਾ। ਉਸ ਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਜੇ ਉਹ ਸਾਨੂੰ ਜਿੱਥੇ ਸਿੰਘਾਂ ਨੇ ਆਪਣੀ ਮੋਰਚਾਬੰਦੀ ਕੀਤੀ ਸੀ ਉਹ ਮੋਰਚਾਬੰਦੀ ਦੇ ਬਾਰੇ ਨਾ ਦੱਸਦੇ, ਐਵੇਂ ਨਾ ਕਹਿੰਦੇ ਵੀ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਜਿਹੜਾ ਕਨੈਕਸ਼ਨ ਹੈ ਉਸ ਦੇ ਸੱਜੇ ਖੱਬੇ ਜਿੰਨੀਆਂ ਵੀ ਬਿਲਡਿੰਗਾਂ ਹੈ ਉਹਨਾਂ ਦੇ ਨਾਲੋਂ ਤੋੜੋ ਤਾਂ ਤੁਹਾਨੂੰ ਫਤਿਹਯਾਬੀ ਹਾਸਲ ਹੋਣੀ ਹੈ। ਉਹਨਾਂ ਦੇ ਦੱਸੇ ਮੁਤਾਬਕ ਅਸੀਂ ਨਾ ਕਾਰਵਾਈ ਕਰਦੇ ਤਾਂ ਸਾਨੂੰ ਫਤਿਹਯਾਬੀ ਨਹੀਂ ਕਦੀ ਵੀ ਹਾਸਲ। ਅੱਜ ਉਹ ਲੋਕ ਬਾਹਰ ਆਣ ਕੇ ਡਿੰਗਾ ਮਾਰਦੇ ਹਨ ਕਿ ਅਸੀਂ ਸੰਤਾਂ ਦੇ ਨਾਲ ਜੂਨ 1984 ਦੇ ਵਿੱਚ ਆਹ ਕੀਤਾ ਐਵੇਂ ਕੀਤਾ, ਪਰ ਅਸਲ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਉਹਨਾਂ ਨੂੰ ਸੂਰਮੇ ਨਹੀਂ ਕਿਹਾ ਜਾ ਸਕਦਾ। ਕਹਾ ਤਾਂ ਲੈਣਗੇ ਆਪਣੇ ਆਪ ਨੂੰ, ਜਿਹੜੇ ਖੁਸ਼ਾਮਦੀਦ ਉਹਨਾਂ ਦੇ ਲੋਕ ਹਨ ਉਹ ਇਹਨਾਂ ਨੂੰ ਕਹਿ ਵੀ ਦੇਣਗੇ ਕਿ ਇਹ ਧੜਕ ਜਰਨੈਲ ਰਹੇ ਆ, ਇਹ ਫਲਾਣੇ ਹਨ, ਇਹ ਹਨ। ਤੇ ਕਹਿੰਦੇ ਵਿਪਤਾ ਦੇ ਵੇਲੇ ਬਾਹਾਂ ਖੜੀਆਂ ਕਰਕੇ ਬਾਹਰ ਨਾ ਆ ਜਾਵੇ ਉਸ ਨੂੰ ਸੰਸਾਰ ਦੇ ਵਿੱਚ ਸੂਰਮਾ ਨਹੀਂ ਕਹਿੰਦੇ। ਇੱਕ ਬਚਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੋਰ ਹੈ ਸੂਰਮਤਾਈ ਦੇ ਪਰਥਾਏ ਸਵਈਆ ਉਚਾਰੇ। ਮਹਾਰਾਜ ਸਾਹਿਬ ਜੀ ਕਹਿੰਦੇ ਜਾ ਕੋ ਲੋਨ ਖਈਐ ਤਾ ਕੋ ਛੋੜ ਕਬਹੁ ਨਾ ਜਈਐ, ਜਾ ਕੋ ਲੋਨ ਖਈਐ ਤਾ ਕੇ ਆਗੇ ਹੋਵੈ ਕਿ ਜੂਝੀਐ, ਜਾ ਕੋ ਲੋਨ ਖਈਐ ਤਾ ਕੋ ਦਗਾ ਕਬਹੁ ਨਾ ਦਈਏ, ਨਾਥ ਸਾਚੀ ਸੁਨ ਲਈਐ ਮੋਰੀ ਬਾਤ ਬੂਝੀਐ। ਸੂਰਮਾ ਅਸਲ ਦੇ ਵਿੱਚ ਉਹ ਹੈ ਕਿ ਜਿਸ ਘਰ ਦਾ ਲੂਣ ਖਾਦਾ ਹੋਵੇ ਖਾ ਕੇ ਹਰਾਮ ਨਾ ਕਰੇ, ਉਸ ਘਰ ਦੇ ਨਾਲ ਕਦੀ ਵੀ ਦਗਾ ਨਾ ਕਮਾਏ। ਜਿਵੇਂ ਭਾਈ ਗੁਰਦਾਸ ਜੀ ਦਾ ਪਾਵਨ ਬਚਨ ਹੈ ਨਾ, ਲੂਣ ਸਾਹਿਬ ਦਾ ਖਾਏ ਕੈ ਰਨ ਅੰਦਰ ਲੜ ਮਰੈ ਸੋ ਜਾਪੈ, ਵੱਡੇ ਸਿਰ ਹਥਿਆਰ ਕਰ ਵਰਿਆਮਾ ਵਰਿਆਮ ਸੰਜਾਪੈ। ਉਹ ਸੂਰਮਾ ਜਾਣਿਆ ਜਾਂਦਾ ਹੈ। ਇਹ ਸੂਰਮਤਾਈ ਦੀ ਪਹਿਚਾਨ ਹੈ ਉਸ ਦੇ ਸਰੀਰ ਦੇ ਵਿੱਚੋਂ। ਐਸੇ ਮਹਾਨ ਸੂਰਬੀਰ ਦਿਨ ਬਾ ਦਿਨ ਧਰਮ ਯੁੱਧ ਦੇ ਵਾਸਤੇ ਸਰੀਰ ਦੇ ਉੱਪਰ ਗਾੜੇ ਦੁੱਖ ਸਹਾਰਦੇ ਹੋਏ ਆਪਣੇ ਪੰਥ ਦੀ ਰਖਵਾਲੀ ਦੇ ਹਿੱਤ ਆਪਣੇ ਕੌਮ ਪ੍ਰਸਤੀ ਜੀਵਨ ਦੇ ਵਿੱਚ ਨਿਭਾਉਂਦਿਆਂ ਹੋਇਆਂ ਅੱਜ 4 ਜੂਨ ਨੂੰ ਵੀ ਅਨੇਕਾਂ ਜਿਹੜੇ ਸਿੰਘ ਸਨ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਐਵੇਂ ਕੱਲ ਤੇ ਪਰਸੋਂ ਦਾ ਦਿਨ ਲਗਾਤਾਰ ਹੀ ਜਿਹੜੀ ਗੋਲਾਬਾਰੀ ਹੁੰਦੀ ਰਹੀ, ਗੁਰੂ ਕੇ ਸਿੰਘ ਸੂਰਮੇ ਕਿਵੇਂ ਕਿਵੇਂ ਉਹਨਾਂ ਦਾ ਮੂੰਹ ਤੋੜਵਾਂ ਜਵਾਬ ਦਿੰਦੇ ਰਹੇ, ਉਹ ਆਪਾਂ ਅਗਲੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਆਓ ਜੋ ਹੁਣ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਇਸ ਪਾਵਨ ਅਸਥਾਨ ਦੇ ਉੱਪਰ ਤੀਸਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਪ੍ਰਾਰੰਭ ਹੋਈ ਹੈ, ਜਿਸ ਦੇ ਵਿੱਚ ਪਵਿੱਤਰ ਗੁਰਬਾਣੀ ਜੋ ਸੋਹਿਲਾ ਸਾਹਿਬ ਜੀ ਦੀ ਹੈ
ਉਸ ਦੇ ਆਪਾਂ 4 ਸ਼ਬਦਾਂ ਦੀ ਵਿਚਾਰ ਕੱਲ ਦੇ ਦੀਵਾਨਾਂ ਦੇ ਵਿੱਚ ਸਰਵਣ ਕੀਤੀ ਸੀ। ਅੱਜ ਦਾ 5ਵਾਂ ਸ਼ਬਦ ਸੰਪੂਰਨਤਾ ਵਾਲਾ ਸ਼ਬਦ, ਸ਼ਹੀਦਾਂ ਦੇ ਸਿਰਤਾਜ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪ੍ਰਥਾਏ ਪਟ ਸਹਿਬਾਨਾਂ ਨੇ ਬਚਨ ਕਹੇ, ਭੰਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜੁਨ ਪ੍ਰਤੱਖ ਹਰਿ। ਪ੍ਰਤੱਖ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਜੀ ਦਾ ਸਰਗੁਣ ਸਵਰੂਪ ਸਤਿਗੁਰੂ ਪਾਵਨ ਮੁਬਾਰਕ ਰਸਨਾ ਤੋਂ ਬਖਸ਼ਿਸ਼ ਕਰ ਰਹੇ ਹਨ ਮਨੁੱਖਾ ਜੀਵਨ ਦੀ ਭਲਾਈ ਦੇ ਵਾਸਤੇ। ਪਾਵਨ ਵਿਚਾਰ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਗੌੜੀ ਰਾਗ ਹੈ ਤੇ ਗੌੜੀ ਰਾਗ ਦੀ ਪੂਰਬੀ ਜਾਤੀ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਇਸ ਪਾਵਨ ਸ਼ਬਦ ਦੇ ਉਚਾਰਨ ਕਰਤਾ ਹਨ। ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 13 ਅੰਗ ਦੇ ਉੱਪਰ ਸੁਭਾਏਮਾਨ ਹੈ। ਸੰਪੂਰਨਤਾ ਵਾਲਾ ਸ਼ਬਦ ਹੈ 13 ਅੰਗ ਦੇ ਉੱਪਰ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜੀਵਨ ਮੁਕਤੀ ਦਾ ਉਪਦੇਸ਼ ਬਖਸ਼ਿਸ਼ ਕਰੋ। ਤਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ, ਕਰੋ ਬੇਨੰਤੀ। ਇਹ ਗੁਰਸਿੱਖੋ, ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ, ਤੁਸੀਂ ਸਾਡੇ ਮਿੱਤਰ ਹੋ, ਗੁਰਸਿੱਖ ਮਿੱਤਰੋ, ਸੁਣਾ ਕਰੋ। ਇਹ ਜਿਹੜਾ ਸਮਾਂ ਹੈ ਇਹ ਵਾਹਿਗੁਰੂ ਪ੍ਰਮਾਤਮਾ ਦੇ ਪਿਆਰਿਆਂ ਦੀ ਸੇਵਾ ਕਰਨ ਦਾ ਹੈ। ਵਾਹਿਗੁਰੂ ਪ੍ਰਮਾਤਮਾ ਦੇ ਪਿਆਰਿਆਂ ਦੀ ਸੇਵਾ ਕਰਨ ਦੇ ਨਾਲ ਜੀਵਨ ਦਾ ਭਲਾ ਹੋਵੇਗਾ। ਦੂਸਰਾ ਅਰਥ, ਕਰੋ ਬੇਨੰਤੀ। ਆਪਣੀ ਜਿਹੜੀ ਬਾਣੀ ਹੈ, ਬਾਣੀ ਕਰਕੇ ਉਸ ਵਾਹਿਗੁਰੂ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰੋ। ਜਿਵੇਂ ਭਗਤ ਸਾਹਿਬ ਜੀ ਨੇ ਬਚਨ ਕਿਹਾ ਹੈ ਨਾ ਕਿ ਬਹੁਤ ਜਨਮ ਬਿਛਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵਾਓ, ਚਿਰ ਭਇਓ ਦਰਸ਼ਨ ਦੇਖੇ। ਇਵੇਂ ਬੇਨਤੀ ਪੂਰਵਕ ਸ਼ਬਦ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ, ਉਸ ਵਾਹਿਗੁਰੂ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਕਹੋ ਆਪਣੀ ਬਾਣੀ ਦੇ ਦੁਆਰਾ। ਤੇ ਫਿਰ ਸੁਣੋ ਇਹਨਾਂ ਕੰਨਾਂ ਦੇ ਨਾਲ ਵਾਹਿਗੁਰੂ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਉਸ ਨੂੰ ਸੁਣਨਾ ਕਰੋ। ਤੇ ਇਸ ਸਰੀਰ ਦੇ ਨਾਲ ਜਿਹੜੀ ਸੰਤਾਂ ਦੀ, ਵਾਹਿਗੁਰੂ ਪ੍ਰਮਾਤਮਾ ਦੇ ਪਿਆਰਿਆਂ ਦੀ ਜਿਹੜੀ ਟਹਿਲ ਹੈ ਉਹ ਕਰਨਾ ਕਰੋ, ਸੇਵਾ ਕਰਨਾ ਕਰੋ ਇਸ ਸਰੀਰ ਦੇ ਨਾਲ। ਕੀ ਵੇਲਾ, ਕੀ ਐਵੇਂ ਸੰਸਾਰ ਦੇ ਵਿੱਚ ਵਿਹਲੇ ਹੀ ਤੁਰੇ ਫਿਰਦੇ ਹੋ। ਮਹਾਂਪੁਰਖਾਂ ਨੇ ਇਹ ਵੀ ਅਰਥ ਕੀਤਾ, ਕੀ ਵੇਲਾ, ਵੇਲਾ ਦਾ ਅਰਥ ਵਿਹਲਿਆਂ ਕੀਤਾ। ਕਿਉਂ ਐਵੇਂ ਸੰਸਾਰ ਦੇ ਵਿੱਚ ਵਿਹਲੇ ਹੀ ਤੁਰੇ ਫਿਰਦੇ ਹੋ? ਕੀ ਮਿਲੇਗਾ ਵਿਹਲਿਆਂ ਰਹਿ ਕਰਕੇ? ਇਹ ਕਰਮ ਕਰੋ ਜੇ ਜੀਵਨ ਮੁਕਤ ਹੋਣਾ ਚਾਹੁੰਦੇ ਹੋ ਤਾਂ। ਈਹਾ ਖਾਟ ਚਲਹੁ ਹਰ ਲਾਹਾ, ਆਗੈ ਬਸਨ ਸੁਹੇਲਾ। ਇਹ ਅਰਥ ਹੈ ਇਸ ਲੋਕ ਦੇ ਵਿੱਚ ਖੱਟ ਕੇ ਚੱਲੋ ਕੁਛ ਲਾਭ, ਤਾਂ ਆਗੇ ਪਰਲੋਕ ਦੇ ਵਿੱਚ ਵਸਣਾ ਸੁਹੇਲਾ ਸੌਖਾ ਹੋਵੇਗਾ। ਕਿਉਂਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਬਾਣੀ ਪੜ੍ਹਦੇ ਆ, ਮਹਾਰਾਜ ਸਾਹਿਬ ਜੀ ਕਹਿੰਦੇ, ਆਗੇ ਸੁਖ ਮੇਰੇ ਮੀਤਾ, ਪਾਛੈ ਆਨੰਦ ਪ੍ਰਭ ਕੀਤਾ। ਜਿਹੜਾ ਇਸ ਸੰਸਾਰ ਦੇ ਵਿੱਚ ਵਾਹਿਗੁਰੂ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਨਾ ਗੁਰਸਿੱਖੋ, ਜਿਹੜਾ ਵਾਹਿਗੁਰੂ ਪ੍ਰਮਾਤਮਾ ਦੀ ਪਿਆਰਿਆਂ ਦੀ ਸੇਵਾ ਆਪਣੇ ਜੀਵਨ ਦੇ ਵਿੱਚ ਕਰਦਾ ਹੈ, ਉਸ ਨੂੰ ਪਰਲੋਕ ਦੇ ਵਿੱਚ ਸ਼ੋਭਾ ਹੀ ਮਿਲਦੀ ਹੈ। ਉਹ ਪਰਲੋਕ ਦੇ ਵਿੱਚ ਸੁਖੀ ਹੁੰਦਾ ਹੈ। ਇਸ ਸੰਸਾਰ ਦੇ ਵਿੱਚ ਇੱਕ ਵਾਹਿਗੁਰੂ ਪ੍ਰਮਾਤਮਾ ਦਾ ਪਿਆਰਾ ਹੋਇਆ ਜਿਸ ਦਾ ਨਾਮ ਸੀ ਭਗਤ ਜੱਲਨ।
ਸ਼ਾਹੂਕਾਰ ਦੇ ਪਾਸ ਜਾਂਦਾ, ਬੇਸ਼ੱਕ ਆਪਣੀ ਕਿਰਤ ਕਰਦਾ ਸੀ। ਸ਼ਾਹੂਕਾਰ ਨੇ ਬੜਾ ਉਸ ਦਾ ਸਤਿਕਾਰ ਕਰਿਆ ਕਰਨਾ। ਜਦੋਂ ਵੀ ਦੁਕਾਨ ਦੇ ਉੱਪਰ ਸੌਦਾ ਲੈਣ ਜਾਣਾ ਤਾਂ ਪ੍ਰੇਮ ਦੇ ਨਾਲ ਮਿੱਠੜੇ ਬੋਲ ਬਣੇ, ਆਓ ਭਗਤ ਜੀ। ਜਿਹੜੇ ਹੋਰ ਲਾਈਨ ਦੇ ਵਿੱਚ ਖਲੋਤੇ ਹੁੰਦੇ ਸਨ ਲੋਕ ਪਾਲ ਦੇ ਵਿੱਚ, ਉਹਨਾਂ ਨੂੰ ਰੋਕ ਕੇ ਕਹਿਣਾ, ਪਹਿਲੋਂ ਇਸ ਭਗਤ ਜੀ ਨੂੰ ਮੈਂ ਸੌਦਾ ਦੇ ਦੇਵਾਂ। ਉਹ ਜਾਣਦਾ ਸੀ ਕਿ ਇਹ ਸਿਮਰਨ ਭਜਨ ਕਰਦੇ ਹਨ, ਰੱਬ ਦਾ ਨਾਮ ਜਪਦੇ ਹਨ। ਤਾਂ ਜਿਹੜੇ ਭਗਤ ਜੱਲਨ ਸੀ ਸਾਨਾ, ਇਹਨਾਂ ਦੇ ਧਰਮ ਪਤਨੀ, ਕਈ ਗ੍ਰੰਥਾਂ ਦੇ ਵਿੱਚ ਇਹਨਾਂ ਦੇ ਮਾਤਾ ਜੀ ਦੇ ਬਾਰੇ ਵੀ ਜ਼ਿਕਰ ਆਉਂਦਾ ਕਿ ਉਹ ਚੜ੍ਹਾਈ ਕਰਨ ਲੱਗੇ। ਵੇਲਾ ਆ ਗਿਆ ਤੇ ਇਹਨਾਂ ਨੇ ਇਹ ਬਚਨ ਕਹਿਤਾ ਵੀ ਤੁਸੀਂ ਪਰਲੋਕ ਦੇ ਵਿੱਚ ਜਾਣਾ ਹੈ। ਧਰਮ ਰਾਜੇ ਨੂੰ ਕਹਿ ਦਿਓ ਵੀ ਫਲਾਨਾ ਸ਼ਾਹੂਕਾਰ ਚੜ੍ਹਾਈ ਕੀਤਾ ਹੈ, ਉਸ ਦਾ ਲੇਖਾ ਜੋਖਾ ਨਹੀਂ ਕਰਨਾ। ਕਿਉਂ? ਅਸੀਂ ਉਸ ਦੀ ਦੁਕਾਨ ਦੇ ਉੱਪਰ ਜਾਂਦੇ ਸਾਂ ਤੇ ਉਹ ਹਮੇਸ਼ਾ ਹੀ ਸਾਨੂੰ ਜੀ ਕਹਿ ਕਰਕੇ ਸਤਿਕਾਰ ਦਿੰਦਾ ਹੁੰਦਾ ਸੀ। ਜਦੋਂ ਸਰੀਰ ਦੇ ਪ੍ਰਾਣ ਤਿਆਗ ਕਰਕੇ ਧਰਮ ਰਾਜੇ ਦੇ ਕਚਹਿਰੀ ਦੇ ਵਿੱਚ ਜਾ ਕੇ ਸੁਨੇਹਾ ਲਾਇਆ, ਉਸਨੇ ਕਿਹਾ ਕਿ ਮੈਂ ਤੇ ਪਹਿਲੋਂ ਹੀ, ਕਿਉਂਕਿ ਮੈਨੂੰ ਪਤਾ ਸੀ ਕਿ ਭਗਤਾਂ ਨੂੰ ਜਿਹੜਾ ਜੀ ਕਹਿੰਦਾ ਹੈ, ਮੇਰੀ ਔਕਾਤ ਕਿੱਥੇ ਹੈ ਕਿ ਮੈਂ ਉਹਨਾਂ ਦੇ ਕੋਲੋਂ ਲੇਖਾ ਲੈ ਸਕਾਂ ਜਿਹੜੇ ਰੱਬ ਦੇ ਪਿਆਰਿਆਂ ਦੀ ਆਓ ਭਗਤ ਕਰਦਾ ਹੈ। ਫੇਰ ਵਾਪਸ ਪ੍ਰਾਣ ਸਰੀਰ ਦੇ ਵਿੱਚ ਲਿਆਣ ਕੇ ਕਿਹਾ, ਭਗਤ ਜੀ ਤੁਹਾਡਾ ਸੁਨੇਹਾ ਪਹੁੰਚਾਤਾ ਤੇ ਧਰਮ ਰਾਜੇ ਨੇ ਆ ਬਚਨ ਕਿਹਾ ਹੈ। ਇਹ ਉਹਨਾਂ ਦੇ ਜੀਵਨ ਦੇ ਵਿੱਚੋਂ ਬਚਨ ਮਿਲਦਾ ਹੈ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਬਚਨ ਹੈ, ਜੇ ਕੋ ਜਿਉ ਕਹੈ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਧਰਮ ਰਾਜੇ ਦੀ ਕਚਹਿਰੀ ਦੇ ਵਿੱਚ ਉਹ ਬੰਦਾ ਤਲਬਿਆ ਨਹੀਂ ਜਾਂਦਾ ਜਿਹੜਾ ਵਾਹਿਗੁਰੂ ਪ੍ਰਮਾਤਮਾ ਦੇ ਪਿਆਰਿਆਂ ਨੂੰ ਆਪਣੀ ਜ਼ੁਬਾਨ ਦੇ ਨਾਲ ਜੀ ਕਹਿੰਦਾ ਹੈ। ਜਿਹੜਾ ਸੰਸਾਰ ਦੇ ਵਿੱਚ ਰੱਬ ਦੇ ਪਿਆਰਿਆਂ ਨੂੰ ਜੀ ਜੀ ਕਰਦਾ ਹੈ, ਪਰਲੋਕ ਦੇ ਵਿੱਚ ਉਸ ਨੂੰ ਜੀ ਜੀ ਦੁਨੀਆ ਦੇ ਲੋਕ ਕਰਦੇ ਆ। ਇੱਥੇ ਆਓ ਭਗਤ ਕਰਦਾ ਹੈ ਗੁਰਸਿੱਖਾਂ ਦੀ, ਗੁਰੂ ਕੇ ਪਿਆਰਿਆਂ ਦੀ, ਰੱਬ ਦੇ ਪਿਆਰਿਆਂ ਦੀ, ਸੰਤਾਂ ਦੀ, ਉਹਨਾਂ ਦੀ ਪਰਲੋਕ ਦੇ ਵਿੱਚ ਆਓ ਭਗਤ ਹੁੰਦੀ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਲਿਆ ਜੇ ਇਸ ਸੰਸਾਰ ਦੇ ਵਿੱਚ ਕੁਝ ਲਾਹਾ ਖੱਟੇਗਾ ਨਾ ਤਾਂ ਪਰਲੋਕ ਦੇ ਵਿੱਚ ਵਸਣਾ ਤੇਰਾ ਸੌਖਾ ਸੁਹੇਲਾ ਸੌਖਾ ਹੋ ਜਾਵੇਗਾ, ਸਹਿਲਾ ਵਸੇਗਾ। ਤੇ ਜੇ ਖੱਟਿਆ ਹੀ ਇਸ ਸੰਸਾਰ ਦੇ ਵਿੱਚ ਨਾ ਕੁਛ, ਤੇ ਫਿਰ ਪਰਲੋਕ ਦੇ ਵਿੱਚ ਤੇ ਸਜ਼ਾਵਾਂ ਸਹੇੜਨੀਆਂ ਹੀ ਹਨ, ਉੱਥੇ ਤਾਂ ਸਜ਼ਾਵਾਂ ਮਿਲਣੀਆਂ ਹੀ ਹਨ। ਬਾਹਰੀ ਤੌਰ ਤੇ ਜਿਵੇਂ ਕਿਸੇ ਦੇ ਕੋਲ ਪੂੰਜੀ ਹੋਵੇ ਤੇ ਉਸ ਪੂੰਜੀ ਦੇ ਦੁਆਰਾ ਕੋਈ ਵੀ ਲਾਭ ਨਾ ਪ੍ਰਾਪਤ ਕਰ ਸਕੇ, ਸਾਨੂੰ ਸਗੋਂ ਉਹ ਪੂੰਜੀ ਵੀ ਗਵਾ ਲਵੇ, ਦੁਨੀਆ ਦੇ ਲੋਕ ਉਸ ਨੂੰ ਕਦੀ ਭਲਾ ਨਹੀਂ ਕਹਿੰਦੇ ਤੇ ਆਪਣੇ ਜੀਵਨ ਦੇ ਵਿੱਚ ਉਹ ਕਦੀ ਸੁਖੀ ਨਹੀਂ ਵਸ ਸਕਦਾ। ਮੰਨ ਲਓ ਇੱਕ ਬੰਦੇ ਦੇ ਕੋਲ 1 ਲੱਖ ਰੁਪਈਆ ਹੈ, ਉਹਨੇ ਨਸ਼ਿਆਂ ਦੇ ਵਿੱਚ ਹੀ ਗਵਾਤਾ, ਉਜਾੜਤਾ, ਤੇ ਆਮ ਕਹਿੰਦੇ ਉਹ ਬੜਾ ਧਨਾੜ ਸੀ, ਪਰ ਇਹਨੇ ਨਸ਼ਿਆਂ ਦੇ ਵਿੱਚ ਹੀ ਜ਼ਿੰਦਗੀ ਗਲਤਾਨ ਕਰ ਲਈ, ਸਾਰਾ ਕੁਝ ਗਵਾਤਾ। ਦੁਨੀਆ ਦੇ ਲੋਕ ਚੰਗਾ ਨਹੀਂ ਨਾ ਕਹਿੰਦੇ। ਇਵੇਂ ਇਹ ਜਿਹੜੇ ਸਵਾਸ ਹਨ ਵਾਹਿਗੁਰੂ ਪ੍ਰਮਾਤਮਾ ਵੱਲੋਂ ਦਿੱਤੀ ਹੋਈ ਮਨੁੱਖਾ ਜੀਵਨ ਨੂੰ ਇੱਕ ਪੂੰਜੀ ਹੈ। ਇਹਨਾਂ ਨੂੰ ਨਸ਼ਿਆਂ ਵਿਸ਼ਿਆਂ ਦੇ ਆਦੀ ਬਣਾ ਕੇ ਸੰਸਾਰ ਦੇ ਵਿੱਚ ਬਤੀਤ ਕਰ ਲਿਆ ਤਾਂ ਪਰਲੋਕ ਦੇ ਵਿੱਚ ਕਦੇ ਵੀ ਇਸ ਨੂੰ ਭਲਾ ਨਹੀਂ ਕਿਹਾ ਜਾਵੇਗਾ। ਤਾਂ ਹੀ ਤਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਨੇ ਇਹ ਬਚਨ ਕਿਹਾ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਣੀ, ਭਜ ਲੇਹ ਰੇ ਮਨ ਸਾਰਿੰਗ ਪਾਣੀ। ਜਿਵੇਂ ਪਪੀਹਾ ਸਵਾਂਤੀ ਬੂੰਦ ਨੂੰ ਹਮੇਸ਼ਾ ਹੀ ਪ੍ਰਯੋ ਕਰਕੇ ਟੇਰਦਾ ਰਹਿੰਦਾ ਹੈ,
ਇਵੇਂ ਵਾਹਿਗੁਰੂ ਪ੍ਰਮਾਤਮਾ ਨੂੰ ਕਦੇ ਤੇ ਚੇਤੇ ਕਰ ਲਿਆ ਕਰ, ਕਿਉਂਕਿ ਕਲਯੁਗ ਦੇ ਵਿੱਚ ਲਾਹਾ ਹੀ ਇਹ ਹੈ। ਆਪਾਂ ਵਾਰਾਂ ਤੇ ਵਧੇਕ ਦੇ ਵਿੱਚ ਬਚਨ ਪੜ੍ਹਦੇ ਆ ਨਾ, ਲਾਹਾ ਨਾਮ ਰਤਨ ਜਪ ਸਾਰ, ਲੱਭ ਲੋਭ ਬੁਰਾ ਅਹੰਕਾਰ, ਲਾੜੀ ਚਾੜੀ ਲਾਏ ਤਬਾਰ। ਕਹਿੰਦੇ ਭਲਿਆ, ਜਿਹੜੇ ਤੂੰ ਕਰਮ ਆਪਣੇ ਜੀਵਨ ਦੇ ਵਿੱਚ ਕਮਾਉਣ ਲਿਆ, ਲੱਭੀ ਬਣ ਗਿਆ, ਲੋਭੀ ਬਣ ਗਿਆ, ਹੰਕਾਰੀ ਬਣ ਗਿਆ, ਇਹ ਤੇ ਬੁਰੇ ਕਰਮ ਹਨ ਤੇ ਬੁਰਿਆਂ ਦੀ ਸੰਗਤ ਕਰਕੇ ਕਦੀ ਵੀ ਜੀਵਨ ਤੇਰੇ ਦਾ ਭਲਾ ਨਹੀਂ ਹੋਣਾ। ਮਹਾਰਾਜ ਕੀ ਕਰਾਂ? ਸਤਿਗੁਰੂ ਕਹਿੰਦੇ ਸ੍ਰੇਸ਼ਟ ਲਾਹਾ ਇਹ ਹੈ ਕਿ ਵਾਹਿਗੁਰੂ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਉਸ ਨੂੰ ਜਪ, ਵਾਹਿਗੁਰੂ ਪ੍ਰਮਾਤਮਾ ਨੂੰ ਚੇਤੇ ਕਰ। ਤੇ ਐਸਾ ਲਾਹਾ ਹੈ, ਗੁਰਬਾਣੀ ਦੇ ਵਿੱਚ ਬਚਨ ਹੈ, ਕਦੇ ਆਵੇ ਨਾ ਟੋਟਾ। ਉਸ ਲਾਹ ਕਰਕੇ ਜਦੋਂ ਉਹ ਲਾਭ ਪ੍ਰਾਪਤ ਹੋ ਗਿਆ, ਫਿਰ ਕਦੀ ਵੀ ਹਾਨੀ ਮਹਿਸੂਸ ਨਹੀਂ ਹੋਵੇਗੀ। ਫਿਰ ਕਦੀ ਵੀ ਤੈਨੂੰ ਦੁਖੀ ਨਹੀਂ ਹੋਣਾ ਪਵੇਗਾ, ਇਸ ਚਿੰਤਾ ਦੇ ਵਿੱਚ ਨਹੀਂ ਰਹਾਂਗਾ ਕਿ ਮੈਨੂੰ ਇਹ ਜੀਵਨ ਮਿਲਿਆ ਸੀ ਤੇ ਇਸ ਦੇ ਵਿੱਚ ਖੱਟਿਆ ਹੀ ਕੁਛ ਨਹੀਂ। ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ, ਲੋਕ ਦੇ ਵਿੱਚ ਰਹਿੰਦਿਆਂ ਹੋਇਆਂ ਲਾਭ ਖੱਟੋ ਤਾਂ ਪਰਲੋਕ ਦੇ ਵਿੱਚ ਵਸਣਾ ਸੁਹੇਲਾ ਸੌਖਾ ਹੋਵੇਗਾ। ਔਦ ਘਟੈ ਦਿਨ ਸੁਰੈ ਨਾਰੀ। ਜਿਹੜੀ ਉਮਰ ਹੈ ਉਹ ਦਿਨ ਰਾਤ ਇਸ ਜੀਵਨ ਦੀ ਘਟਦੀ ਜਾ ਰਹੀ ਹੈ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਆਪਾਂ ਪੜ੍ਹਦੇ ਹਾਂ। ਭਗਤ ਜੀ ਦਾ ਬਚਨ ਹੈ, ਦਿਨ ਤੇ ਪਹਿਰ, ਪਹਿਰ ਤੇ ਘਰੀਆ, ਆਵ ਘਟੈ ਤਨ ਸੀਜੈ, ਕਾਲ ਅਹੇਰੀ ਫਿਰੈ ਬਦਕ ਜਿਉ, ਕਹੋ ਕਵਨ ਵਿਦ ਕੀਜੈ। ਮਨੁੱਖਾ ਜੀਵਨ ਦੇ ਵਿੱਚ 24 ਘੰਟਿਆਂ ਦਾ ਇੱਕ ਦਿਨ ਮੰਨਿਆ ਜਾਂਦਾ ਹੈ ਤੇ ਇੱਕ ਦਿਨ ਦੇ ਵਿੱਚ 8 ਪਹਿਰ ਹੁੰਦੇ ਹਨ। ਜਿਸ ਵੇਲੇ ਤੋਂ ਦਿਨ ਚੜ੍ਹ ਗਿਆ, ਦਿਨ ਛੁਪਣ ਵਾਲੇ ਪਾਸੇ ਨੂੰ ਜਾਂਦਾ ਹੈ, ਮੰਨ ਲਓ 3 ਘੰਟੇ ਇੱਕ ਦਿਨ ਚੋਂ ਬਤੀਤ ਹੋ ਗਏ, ਫਿਰ ਆਪਾਂ ਇਹ ਨਹੀਂ ਕਹਿ ਸਕਦੇ ਵੀ ਸਾਡੇ ਕੋਲ ਸਾਬਤ ਦਿਨ, ਫਿਰ ਕਵਾਂਗੇ 7 ਪਹਿਰ ਬਾਕੀ ਹੈ। ਪਹਿਰਾਂ ਦੇ ਵਿੱਚੋਂ ਵੀ ਜਦੋਂ ਸਾਡੀ ਉਮਰ ਲੰਘ ਗਈ ਤੇ ਫਿਰ ਕਵਾਂਗੇ ਵੀ ਸਾਡੇ ਕੋਲ 24 ਘੜੀਆਂ, ਇੱਕ ਘੜੀ ਦਾ ਸਮਾਂ ਬਾਕੀ ਹੈ 24 ਕੁ ਮਿੰਟ। ਇਵੇਂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਬਚਨ ਹੈ, ਵਿਸੇ ਚਸਿਆ ਘੜੀਆ ਪਹਿਰਾ, ਥਿਤੀ ਵਾਰੀ ਮਾਹੋ ਹੋ। ਵਾਹਿਗੁਰੂ ਪ੍ਰਮਾਤਮਾ ਨੇ ਤੈਨੂੰ ਉਮਰ ਦਿੱਤੀ ਹੈ, ਬਖਸ਼ੀ ਹੈ, ਇੰਨੇ ਮਹੀਨੇ, ਇੰਨੇ ਘੜੀਆਂ, ਇੰਨੇ ਪਹਿਰ, ਇੰਨੇ ਸਾਲ, ਇੰਨੇ ਹਫ਼ਤੇ ਤੂੰ ਇਸ ਸੰਸਾਰ ਦੇ ਵਿੱਚ ਜਿਉਣਾ ਹੈ। ਤੇ ਜਿਵੇਂ ਪੜੇ ਹੋਏ ਘੜੇ ਦੇ ਵਿੱਚੋਂ ਇੱਕ ਵਾਰ ਜਦੋਂ ਪਾਣੀ ਭਰ ਦਈਏ ਤੇ ਉਸ ਦੇ ਵਿੱਚੋਂ ਸਿਮਣਾ ਸ਼ੁਰੂ ਹੋ ਜਾਵੇ ਤੇ ਕਹੀਏ ਵੀ ਆਪੇ ਭਰੀ ਜਾਵੇਗਾ, ਉਹ ਭਰਦਾ ਨਹੀਂ। ਇਵੇਂ ਦਿਨ ਬਾ ਦਿਨ ਇਸ ਸਰੀਰ ਦੇ ਵਿੱਚੋਂ ਜਿਹੜੇ ਸਵਾਸ ਹਨ ਉਹ ਬਤੀਤ ਹੋਏ ਜਾ ਰਹੇ। ਇੱਕ ਸਵਾਸ ਨਿਕਲੇ ਗਿਆ, ਉਹ ਵਾਪਸ ਨਹੀਂ ਮਿਲਦਾ। ਤਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੇ ਇਹ ਬਚਨ ਕਿਹਾ ਕਿ ਵਾਹਿਗੁਰੂ ਪ੍ਰਮਾਤਮਾ ਇੰਨਾ ਬੇਅੰਤ ਹੈ ਕਿ ਉਸਨੇ ਸਵਾਸ ਤਾਂ ਦਿੱਤੇ ਹੈ ਤੇ ਸਵਾਸਾਂ ਦਾ ਆਸਰਾ ਵੀ ਆਪ ਹੀ ਹੈ। ਜਦੋਂ ਸਿੱਧਾ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਲ ਚਰਚਾ ਕੀਤੀ ਤੇ ਮਹਾਰਾਜ ਸਾਹਿਬ ਜੀ ਨੇ ਬਚਨ ਕਿਹਾ ਸੀ ਨਾ, ਤ੍ਰੈ ਸਤ ਅੰਗੁਲ ਵਾਈ ਔਧੂ ਤਿਸ ਕਾ ਕਵਨ ਆਧਾਰੋ। ਕਹਿੰਦੇ 10 ਉਂਗਲਾਂ ਸਾਹ ਜਦੋਂ ਆਪਾਂ ਲੈਨੇ ਆ ਉਦੋਂ ਬਾਹਰ ਨੂੰ ਨਿਕਲਦਾ, ਉਸ ਦਾ ਕੌਣ ਆਸਰਾ ਹੈ? ਰੱਬ ਹੀ ਹੈ ਨਾ। ਹੁਣ 10 ਉਂਗਲਾਂ ਸਾਹ ਬਾਹਰ ਨੂੰ ਆਇਆ, ਜੇ ਸਰੀਰ ਦੇ ਵਿੱਚ ਵਾਪਸ ਪਿਆ ਤੇ ਸਾਡਾ ਇਹ ਸਰੀਰ ਹੈ, ਨਹੀਂ ਤਾਂ ਇਹ ਮਿੱਟੀ ਹੈ। ਮਹਾਰਾਜ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ, ਭਲਿਆ ਜਿਹੜੀ ਉਮਰ ਹੈ ਘਟੈ, ਘਟਦੀ ਹੈ। ਦਿਨਸ ਰਹਿ ਨਾਰੇ, ਦਿਨਸ ਤੇ ਰਾਤ,
ਰਾਤ ਦਿਨ ਇਹ ਜਿਹੜੀ ਉਮਰ ਹੈ ਤੇਰੀ ਸੰਸਾਰ ਦੇ ਵਿੱਚ ਘਟਦੀ ਜਾ ਰਹੀ ਹੈ। ਮਨ ਗੁਰ ਮਿਲ ਕਾਜ ਸਵਾਰੇ। ਮਨ ਦੇ ਨਾਲੋਂ ਪਿਆਰੇ ਗੁਰਸਿੱਖਾ ਗੁਰੂ ਦੇ ਨਾਲ ਮਿਲ ਕੇ ਮਨੁੱਖਾ ਜੀਵਨ ਨੂੰ ਸਫਲ ਕਰਨ ਦਾ ਜਿਹੜਾ ਕਾਰਜ ਉਸ ਨੂੰ ਸਿੱਧ ਕਰ ਲਾ। ਰਹਾਉ ਵਿਸ਼ਰਾਮ ਦੇ ਕਰਕੇ ਬਖਸ਼ਿਸ਼ ਕਰਦੇ ਹਨ। ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ। ਸਤਿਗੁਰੂ ਜੀ ਕਹਿੰਦੇ ਇਹ ਜਿਹੜਾ ਸੰਸਾਰ ਹੈ ਨਾ, ਸੰਸਾਰ ਦੇ ਵਿੱਚ ਵਿਕਾਰ ਹਨ, ਸੰਸਾਰ ਦੇ ਵਿੱਚ ਸੰਸੇ ਹਨ। ਪ੍ਰਮਾਣਗਤ ਸੰਸਾਰ, ਪ੍ਰਮੇਯਗਤ ਸੰਸਾਰ ਇਤਿਆਦਿਕ ਇਹ ਸੰਸਿਆਂ ਦੇ ਨਾਲ ਭਰਿਆ ਹੋਇਆ ਹੈ। ਤਾਂ ਹੀ ਤੇ ਸੰਸਾ ਇਤੀ ਸੰਸਾਰਾ ਸ਼ੰਕੇ ਹਨ, ਤਾਂ ਹੀ ਇਸ ਨੂੰ ਸੰਸਾਰ ਨਾਮ ਦਿੱਤਾ ਹੋਇਆ। ਇਹ ਜਿਹੜਾ ਸੰਸਾਰ ਹੈ, ਇਸ ਸੰਸਾਰ ਦੇ ਵਿੱਚ ਵਿਕਾਰ ਭਰੇ ਹੋਏ ਹਨ ਤੇ ਬਹੁਤਾਤ ਲੋਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਇਸ ਸੰਸਾਰ ਦੇ ਵਿੱਚ ਆਉਣ ਵਾਲੇ ਵਿਕਾਰ ਮਹਿ, ਵਿਕਾਰਾਂ ਦੇ ਵਿੱਚ ਤੇ ਜਿਹੜੇ ਬੱਚੇ ਹਨ ਸੰਸੇ ਮਹਿ, ਉਹ ਸ਼ੰਕਿਆਂ ਦੇ ਵਿੱਚ ਪੈ ਕੇ ਆਪਣੇ ਜੀਵਨ ਨੂੰ ਗਲਤਾਨ ਕਰੀ ਜਾ ਰਹੇ ਹਨ, ਆਪਣੇ ਜੀਵਨ ਨੂੰ ਬਸਰ ਕਰੀ ਜਾ ਰਹੇ ਹਨ। ਕਈਆਂ ਨੇ ਤਾਂ ਇਹੋ ਸੋਚਿਆ ਕਿ ਸੰਸਾਰ ਦੇ ਵਿੱਚ ਵਿਕਾਰ ਭੋਗਣਾ ਹੀ ਮਨੁੱਖਾ ਜੀਵਨ ਦੀ ਫਿਤਰਤ ਹੈ। ਕਹਿੰਦੇ ਆ ਜੱਗ ਮਿੱਠਾ ਅਗਲਾ ਕਿਨ ਦਿੱਤਾ, ਇੱਥੇ ਖਾਓ ਪੀਓ ਐਸ਼ ਕਰੋ, ਗਾਂ ਕਿੰਨੇ ਵੇਖਿਆ। ਇਹ ਸੋਚ ਹੈ ਨਾ ਇਹੋ ਜਿਹੀ ਕਈਆਂ ਲੋਕ। ਕਈਆਂ ਦੀ ਇਹ ਸੋਚ ਹੈ ਕਿ ਦੁਨੀਆ ਦੇ ਲੋਕ ਮਰਦੇ ਹਨ, ਮਰੀ ਜਾਣ, ਮੈਂ ਥੋੜਾ ਮਰਨਾ ਹੈ, ਮੈਂ ਤੇ ਸੰਸਾਰ ਦੇ ਵਿੱਚ ਚਰੰਗ ਜੀਵੀ ਹਾਂ। ਪਰ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਇਹ ਬਚਨ ਕਿਹਾ ਕਿ ਇਹ ਮੂਰਖ ਸਮਝਦਾ ਹੀ ਨਹੀਂ ਹੈ। ਇਹਾਂ ਬਸਨਾ ਰਾਤ ਮੂੜੇ। ਮੂਰਖਾ ਜਿਵੇਂ ਕਿਤੇ ਤੂੰ ਗਿਆ ਹੋਇਆ ਹੈ ਤੇ ਕਿਸੇ ਸਰਾਂ ਦੇ ਵਿੱਚ ਰਾਤ ਰਹਿਣਾ ਹੈ। ਬੇਨਤੀ ਕਰਕੇ ਮੰਨ ਲਓ ਹੁਣ ਅਸੀਂ ਇੱਥੋਂ ਕਿਸੇ ਗੁਰਧਾਮ ਦੇ ਉੱਪਰ ਦਰਸ਼ਨ ਕਰਨ ਦੇ ਵਾਸਤੇ ਜਾਂਦੇ ਹਾਂ ਤੇ ਜੇ ਉਹ ਗੁਰਧਾਮ ਦੇ ਉੱਪਰ ਜਿਹੜਾ ਸਾਨੂੰ ਕਮਰਾ ਮਿਲਦਾ ਹੈ ਰਾਤ ਰਹਿਣ ਦੇ ਵਾਸਤੇ, ਅਸੀਂ ਕਹੀਏ ਵੀ ਇਹ ਸਾਡਾ ਕਬਜ਼ਾ ਹੀ ਹੋ ਗਿਆ, ਹੁਣ ਸਾਰੀ ਜ਼ਿੰਦਗੀ ਕੱਢਾਂਗੇ ਇੱਥੇ, ਸਾਰੀ ਜ਼ਿੰਦਗੀ ਤੇ ਨਹੀਂ ਨਾ ਰਹਿੰਦੇ। ਇਵੇਂ ਇਹ ਸੰਸਾਰ ਦੇ ਵਿੱਚ ਜੀਵਨ ਐਸਾ ਹੈ ਜਿਵੇਂ ਬੰਦਾ ਇੱਕ ਰਹਿਣ ਬਸੇਰਾ ਕਰਨ ਦੇ ਵਾਸਤੇ ਇੱਕ ਕਮਰੇ ਦੇ ਵਿੱਚ ਰਾਤ ਕੱਟਦਾ ਹੈ ਨਾ, ਤੇ ਜਿੱਥੇ ਰਾਤ ਕੱਟਦੇ ਉੱਥੇ ਆਪਣਾ ਘਰ ਨਹੀਂ ਉਸਾਰ ਲੈਂਦਾ, ਉਹ ਕਮਰਾ। ਇਵੇਂ ਇਹ ਜੀਵਨ ਹੈ, ਇਸ ਦੇ ਵਿੱਚ ਕੋਈ ਇੱਕ ਰਾਤ ਕੱਟ ਗਿਆ, ਕੋਈ 2 ਰਾਤ ਕੱਟ ਗਿਆ, ਕੋਈ ਹਜ਼ਾਰਾਂ ਰਾਤਾਂ ਕੱਟ ਗਿਆ, ਪਰ ਆਖਰਕਾਰ ਨੂੰ ਇਸ ਸੰਸਾਰ ਦੇ ਵਿੱਚੋਂ ਚਾਲਾ ਮਾਰਨਾ ਹੀ ਪੈਣਾ ਹੈ। ਸਤਿਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਬਚਨ ਹੈ ਕਿ ਇੱਕ ਸੰਸਾਰ ਦੇ ਵਿੱਚ ਆਉਂਦੇ ਹਨ ਤੇ ਸਮਾਂ ਪਾ ਕਰਕੇ ਉਹ ਇਸ ਸੰਸਾਰ ਦੇ ਵਿੱਚੋਂ ਚਲੇ ਵੀ ਜਾਂਦੇ, ਸਥਿਰ ਕੋਈ ਨਹੀਂ ਤੇ ਕੋਈ ਮਾੜੇ ਮੋਟੇ ਬੰਦੇ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਵਾਰ। ਰਾਵਣ ਨੇ ਇਹ ਗੱਲ ਕਹਿ ਹੀ ਦਿੱਤੀ ਸੀ ਨਾ ਆਪਣੀ ਘਰਵਾਲੀ ਮਦੋਦਰੀ ਨੂੰ ਵੀ ਮੈਨੂੰ ਸੰਸਾਰ ਦੇ ਵਿੱਚ ਕੌਣ ਮਾਰ ਸਕਦਾ ਹੈ। ਚੌਰ ਚੰਦਰੰ ਕਰੰ ਸ਼ਤਰ ਸੂਰੰ ਢਰੰ ਵੇਦ ਬ੍ਰਹਮਾ ਰੰਗ ਦੁਆਰ ਮੇਰੇ। ਚੰਦਰਮਾ ਵਰਗੇ ਜਿਹੜੇ ਦੇਵਤੇ ਹਨ ਉਹ ਮੇਰੇ ਸਿਰ ਦੇ ਉੱਪਰ ਚੌਰ ਕਰ ਰਹੇ, ਬ੍ਰਹਮਾ ਮੇਰੇ ਦੁਆਰੇ ਦੇ ਉੱਪਰ ਆਣ ਕੇ ਨਿਤ ਵੇਦਾਂ ਦੀ ਵਿਚਾਰ ਸੁਣਾਉਂਦਾ। ਇਹ ਸਾਰੇ ਜਿਤਨੇ ਦੇਵਤੇ ਇਹਨਾਂ ਨੂੰ ਤੇ ਮੈਂ ਚੇਲੇ ਬਣਾਇਆ ਹੋਇਆ, ਤੂੰ ਕਹਿੰਦੀ ਹੈ ਇੱਕ ਅਵਤਾਰੀ ਆ ਗਿਆ ਤੇ ਉਹ ਤੈਨੂੰ ਖਤਮ ਕਰ ਦੇਵੇਗਾ। ਐਸਾ ਨਹੀਂ ਹੋ ਸਕਦਾ। ਭੁਲੇਖਾ ਹੀ ਸੀ ਨਾ ਜੀਵਨ ਦਾ ਵੀ ਮੈਂ ਸੰਸਾਰ ਦੇ ਵਿੱਚ ਕਦੀ ਮਰਾਂਗਾ ਹੀ ਨਹੀਂ। ਪਰ ਧੰਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਜਿਸ ਦਾ ਬੜਾ ਵੱਡਾ ਪਰਿਵਾਰ ਸੀ, 1 ਲੱਖ ਪੂਤ 1.25 ਲੱਖ ਨਾਤੀ ਤੇ ਰਾਵਣ ਕਰ ਦਿਆ ਨਾ। 1 ਲੱਖ ਪੁੱਤਰ 1.25 ਲੱਖ ਉਸ ਦੇ ਪੋਤਰੀਆਂ ਪੋਤਰੇ। ਜਦੋਂ ਮਰਿਆ ਤੇ ਉਹਦੀ ਮੜੀ ਤੇ ਕੋਈ ਦੀਵਾ ਜਗਾਉਣ ਵਾਲਾ ਵੀ ਨਾ ਰਿਹਾ।
ਇਹ ਗੁਰੂ ਕੀ ਪਵਿੱਤਰ ਬਾਣੀ ਦੇ ਵਿੱਚ ਬਚਨ ਹੈ ਕਿ ਉਹਦੇ ਘਰ ਕੋਈ ਦੀਵਾ ਬੱਤੀ ਕਰਨ ਵਾਲਾ ਵੀ ਨਾ ਰਿਹਾ। ਇਹ ਵਾਹਿਗੁਰੂ ਪ੍ਰਮਾਤਮਾ ਦਾ ਸੰਸਾਰ ਦੇ ਵਿੱਚ ਵਿਧੀ ਵਿਧਾਨ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਰਸਾਇਆ ਕਿ ਜੋ ਉਪਜਿਓ ਸੋ ਬਿਨਸ ਹੈ। ਜਿਵੇਂ ਜਿਹੜੀ ਖੇਤੀ ਬੀਜੀ ਹੈ ਉਹ ਕਿਸਾਨ ਸਿਆਣਾ ਉਹੀ ਮੰਨਦੇ ਨੇ ਜਿਹੜਾ ਉਹਨੂੰ ਵੱਢ ਲੈ ਸਮੇਂ ਸਿਰ। ਇਵੇਂ ਵਾਹਿਗੁਰੂ ਪ੍ਰਮਾਤਮਾ ਨੇ ਜੀਵ ਦੀ ਉਪਜ ਕੀਤੀ ਹੈ ਤੇ ਇਸ ਦੀ ਬਿਨਸ ਵੀ ਹੈ, ਨਾਸ਼ਮਾਨਤਾ ਵੀ ਹੈ। ਪਰ ਉਹ ਜੀਵਨ ਦਾ ਇੱਕ ਭੁਲੇਖਾ ਹੈ, ਸ਼ੰਕਾ ਹੀ ਹੈ ਕਿ ਅਸੀਂ ਸੰਸਾਰ ਦੇ ਵਿੱਚ ਮਰਨਾ ਨਹੀਂ ਹੈ। ਤਾਂ ਹੀ ਤਾਂ ਜਿਹੜਾ ਮੌਤ ਨੂੰ ਬੰਦਾ ਵਿਸਾਰ ਕੇ ਫਿਰ ਰੱਬ ਭੁਲਾਈ ਫਿਰਦਾ ਹੈ। ਜਦੋਂ ਰੱਬ ਭੁੱਲਦਾ ਹੈ ਫਿਰ ਇਸ ਸੰਸਾਰ ਦੇ ਵਿੱਚ ਇਸ ਦੀ ਜਿਹੜੀ ਜੀਵਨ ਹੈ ਉਹ ਵਿਕਾਰਾਂ ਦੇ ਵਿੱਚ ਹੀ ਗ੍ਰਸਤ ਹੋ ਜਾਂਦੀ ਹੈ। ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਬਹੁਤਾਤ ਸੰਸਾਰ, ਇਹੋ ਸੰਸਾਰ, ਇਹ ਸੰਸਾਰ ਦੇ ਲੋਕ ਵਿਕਾਰ ਸੰਸੇ ਮੈਂ, ਵਿਕਾਰਾਂ ਤੇ ਸੰਸਿਆਂ ਦੇ ਮਹਿਦ ਅਰਥ ਵਿੱਚ ਫਸੇ ਹੋਏ। ਮਹਾਰਾਜ ਕਿਸੇ ਦਾ ਭਲਾ ਵੀ ਹੈ। ਸਭ ਕਹਿੰਦੇ ਹਾਂ ਤਰਿਓ ਬ੍ਰਹਮ ਗਿਆਨੀ, ਜਿਸ ਨੂੰ ਬ੍ਰਹਮ ਸਵਰੂਪ ਦਾ ਗਿਆਨ ਹੋ ਗਿਆ। ਅਰੇ ਤੂੰ ਕੌਣ ਕਹਾਂ ਤੇ ਆਇਓ, ਏਤੀ ਨਾ ਜਾਣੋ ਕੇਤੀਕ ਮੁੱਦਤ, ਚਲਤੇ ਖਬਰ ਨਾ ਪਾਏ। ਇਸ ਗੱਲ ਦਾ ਜਿਸ ਨੂੰ ਜੀਵਨ ਦੇ ਵਿੱਚ ਗਿਆਨ ਹੋ ਗਿਆ ਕਿ ਮੈਨੂੰ ਮਨੁੱਖਾ ਦੇਹੀ ਮਿਲੀ ਹੈ, ਮੈਂ ਇਸ ਦੇ ਵਿੱਚ ਕਿਹੜੇ ਕਰਮ ਕਮਾਉਣੇ ਹਨ ਜਿਨ੍ਹਾਂ ਕਰਮਾਂ ਕਰਕੇ ਇਹ ਮਨੁੱਖਾ ਜੀਵਨ ਸਫਲ ਹੋ ਸਕੇ, ਉਹ ਇਸ ਸੰਸਾਰ ਦੇ ਵਿੱਚੋਂ ਤਰ ਗਿਆ। ਜਿਹੜਾ ਬ੍ਰਹਮ ਗਿਆਨੀ ਹੈ ਉਸ ਦੇ ਲੱਛਣ ਕੀ ਹਨ? ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਉਹ ਬ੍ਰਹਮ ਸਵਰੂਪ ਹੀ ਹੈ। ਜੈਸਾ ਵਾਹਿਗੁਰੂ ਪ੍ਰਮਾਤਮਾ ਹੈ ਵੈਸਾ ਵਾਹਿਗੁਰੂ ਪ੍ਰਮਾਤਮਾ ਦਾ ਉਹ ਪਿਆਰਾ ਬ੍ਰਹਮ ਗਿਆਨੀ, ਕਿਉਂਕਿ ਬ੍ਰਹਮ ਦੇ ਸਵਰੂਪ ਨੂੰ ਉਸਨੇ ਜਾਣ ਲਿਆ। ਮਹਾਰਾਜ ਕਿਵੇਂ ਹੈ? ਰੱਬ ਤੇ ਰੱਬ ਦਾ ਪਿਆਰ ਇੱਕ ਕਿਵੇਂ ਹੋ ਸਕਦਾ ਹੈ? ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਾਵਨ ਬਚਨ ਆਪਾਂ ਪੜ੍ਹਦੇ ਹਾਂ, ਹਰ ਹਰਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਏ। ਜਿਵੇਂ ਹਵਾ ਦੀ ਉਪਾਧੀ ਕਾਰਨ ਪਾਣੀ ਦੇ ਵਿੱਚੋਂ ਲਹਿਰ ਉੱਠਦੀ ਹੈ ਨਾ ਸਮੁੰਦਰ ਦੇ ਵਿੱਚ, ਪਰ ਵਾਸਤਵਿਕ ਰੂਪ ਅਸਲੀਅਤ ਇਹ ਹੈ ਕਿ ਜੇ ਸਮੁੰਦਰ ਦੇ ਵਿੱਚ ਪਾਣੀ ਨਾ ਹੋਵੇ ਤੇ ਲਹਿਰ ਦੀ ਪੈਦਾਇਸ਼ ਕਿਵੇਂ? ਹਵਾ ਦੀ ਉਪਾਧੀ ਕਾਰਨ ਇਸ ਸੰਸਾਰ ਦੇ ਵਿੱਚ ਇੱਕ ਸਮੁੰਦਰ ਦੇ ਵਿੱਚੋਂ ਲਹਿਰ ਉੱਠੀ। ਇਵੇਂ ਮਾਇਆ ਦੀ ਉਪਾਧੀ ਕਾਰਨ ਇਹ ਜਿਹੜਾ ਸਰੀਰ ਹੈ ਮਨੁੱਖਾ, ਇਹ ਜੀਵਨ ਨੂੰ ਪ੍ਰਾਪਤ ਹੋਇਆ। ਪਰ ਹੈ ਇੱਕ, ਜੇ ਰੱਬ ਨਾ ਹੁੰਦਾ, ਜਿਵੇਂ ਪਾਣੀ ਨਾ ਹੁੰਦਾ ਤੇ ਪਾਣੀ ਦੀ ਲਹਿਰ ਕਿਵੇਂ ਉੱਠ ਪੈਂਦੀ? ਜੇ ਰੱਬ ਨਾ ਹੁੰਦਾ ਤੇ ਇਹ ਜਿਹੜਾ ਸਰੀਰ ਸੀ, ਸਤਿਗੁਰੂ ਪਵਿੱਤਰ ਬਾਣੀ ਪੜੋ, ਮਹਾਰਾਜ ਸਾਹਿਬ ਜੀ ਨੇ ਤਾਂ ਇੱਥੋਂ ਤੱਕ ਬਚਨ ਕਿਹਾ, ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰੈਨ ਨਾ ਚੰਦ ਨਾ ਸੂਰਜ। ਇਹ ਕੁਛ ਵੀ ਨਹੀਂ ਸੀ ਸੰਸਾਰ ਦੇ ਉੱਪਰ। ਉਦੋਂ ਵਾਹਿਗੁਰੂ ਪ੍ਰਮਾਤਮਾ ਤਾਂ ਹੈ ਸੀ, ਪਰ ਜਦੋਂ ਉਸ ਪ੍ਰਮਾਤਮਾ ਨੂੰ ਇਹ ਇੱਛਾ ਜਾਗੀ, ਏਕੋ ਹੰਗ ਬਹੁ ਸਿਆਮਾ ਪਰਜਾ ਜਾਏ, ਤੇ ਉਸ ਇੱਛਾ ਨੂੰ ਮਾਇਆ ਕਹਿੰਦੇ। ਉਸ ਇੱਛਾ ਦੇ ਕਾਰਨ ਰੱਬ ਨੇ ਅਨੇਕਾਂ ਦੇਹਾਂ ਪ੍ਰਾਪਤ ਇਸ ਸੰਸਾਰ ਦੇ ਵਿੱਚ ਬਣਾ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਅਪਾਰਾ ਦਾ ਅਰਥ ਗਿਣਤੀ ਕੋਈ ਨਹੀਂ ਹੈ। ਇਵੇਂ ਹੈ ਵਾਹਿਗੁਰੂ ਪ੍ਰਮਾਤਮਾ ਦੇ ਪਿਆਰੇ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਜਾਂਦੇ। ਜਿਵੇਂ ਹਵਾ ਦੀ ਉਪਾਧੀ ਕਾਰਨ ਪਾਣੀ ਉੱਠਿਆ, ਫਿਰ ਉਹ ਸਮੁੰਦਰ ਦੇ ਵਿੱਚ ਮਿਲ ਗਿਆ। ਇਵੇਂ ਮਾਇਆ ਦੀ ਉਪਾਧੀ ਕਾਰਨ ਇਹ ਸਰੀਰ ਮਿਲਿਆ, ਪਰ ਉਹ ਬ੍ਰਹਮ ਸਵਰੂਪ ਨੂੰ ਜਾਣ ਕੇ ਵਾਹਿਗੁਰੂ ਪ੍ਰਮਾਤਮਾ ਦੀ ਆਰਾਧਨਾ ਕਰਕੇ ਵਾਹਿਗੁਰੂ ਪ੍ਰਮਾਤਮਾ ਦੇ ਵਿੱਚ ਅਭੇਦ ਹੀ ਹੋ। ਜਿਹੜਾ ਆਪਾਂ ਇਹ ਬਚਨ ਕਈ ਵਾਰ ਸੁਣਿਆ ਹੈ ਨਾ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਦੇ ਵਿੱਚੋਂ ਸ੍ਰੀ ਦਮਦਮਾ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਜਿਹੜੇ 48 ਸਿੰਘ ਸਨ, ਉਹਨਾਂ ਨੇ ਸੰਪੂਰਨ ਗੁਰਬਾਣੀ ਦੇ ਅਰਥ ਸੁਨੇ ਤੇ ਉਹ ਬਦੇ ਮੁਕਤ ਹੋ ਗਏ। ਇਹ ਭੈੜੀ ਮੱਤ ਵਾਲੇ ਪੜਾਏ ਕੀ ਕਹਿੰਦੇ ਵੀ ਬੰਦਾ ਬਦੇ ਮੁਕਤ ਕਿਵੇਂ ਹੋ ਸਕਦਾ?
ਬਦੇ ਮੁਕਤ ਦਾ ਅਰਥ ਹੈ ਵੀ ਉਹਨਾਂ ਦੇ ਸਰੀਰ ਦੇ ਵਿੱਚ ਜਿਹੜੀ ਦੇਹ ਦੀ ਹਉਮੈ ਹੈ ਨਾ, ਉਹ ਭਾਸਦੀ ਨਹੀਂ ਹੈ। ਉਹਨਾਂ ਨੇ ਇਸ ਗੱਲ ਦਾ ਗਿਆਨ ਕਰ ਲਿਆ, ਯਹ ਨਹੀਂ ਯਹ ਨਹੀਂ ਯਹ ਨਹੀਂ ਹੋਈ, ਇਸ ਤੇ ਪਰੇ ਸਤ ਹੈ ਸੋ। ਇਹ ਦੇਹੀ ਤੋਂ ਪਰੇ ਹੋ ਕਰਕੇ ਵੇਖਿਆ ਵੀ ਦੇਹੀ ਤੋਂ ਪਰੇ ਇੰਦਰੇ, ਇੰਦਰੇ ਤੋਂ ਪਰੇ ਮਨ ਹੈ। ਜਿਹੜਾ ਮਨ ਨੂੰ ਚਲਾਉਣ ਵਾਲਾ ਹੈ ਉਹ ਹੈ ਪਰਮਾਤਮਾ, ਕਿਉਂਕਿ ਮਨ ਤੇ ਜੜ ਹੈ। ਮਨ ਨੂੰ ਜਿਵੇਂ ਚੇਤਨ ਸਤਾ ਪ੍ਰਾਪਤ ਹੋ ਕੇ ਇਸ ਦੇ ਵਿੱਚ ਵਾਸ਼ਨਾਵਾਂ ਦੀ ਜੋ ਉਤਪਤੀ ਕਰਾ ਰਿਹਾ ਹੈ ਨਾ, ਉਹ ਬ੍ਰਹਮ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ, ਜਿਨ੍ਹਾਂ ਨੂੰ ਬ੍ਰਹਮ ਸਰੂਪ ਦਾ ਗਿਆਨ ਹੋ ਗਿਆ, ਉਹ ਇਸ ਸੰਸਾਰ ਦੇ ਵਿੱਚੋਂ ਪ੍ਰਮਾਤਮਾ ਦੇ ਪਿਆਰੇ ਤਰੇ ਹਨ। ਜਿਸ ਹੈ ਜਗਾਏ ਪਿਆਵੈ ਇਹੋ ਰਸ, ਅਕਥ ਕਥਾ ਤਿਨ ਜਾਨੀ। ਜਿਨ੍ਹਾਂ ਨੂੰ ਸਤਿਗੁਰੂ ਜੀ ਕਹਿੰਦੇ ਜਗਾ ਲੈਂਦੇ ਹਨ ਅਗਿਆਨ ਦੀ ਨੀਂਦਰਾ ਤੋਂ। ਵਾਹਿਗੁਰੂ ਪ੍ਰਮਾਤਮਾ ਕਿਰਪਾ ਕਰਦਾ ਹੈ, ਫਿਰ ਉਹਨਾਂ ਨੂੰ ਪਿਆਏ ਇਹੋ ਰਸ। ਇਹ ਜਿਹੜਾ ਨਾਮ ਦਾ ਰਸ ਹੈ, ਉਹ ਸਤਿਗੁਰੂ ਆਪ ਕਿਰਪਾ ਕਰਕੇ ਆਪਣੇ ਗੁਰਸਿੱਖਾਂ ਨੂੰ ਪਿਆਉਂਦੇ ਹਨ। ਆ ਜਿਤਨੀ ਗੁਰੂ ਕੀ ਬਾਣੀ ਹੈ, ਇਹ ਸਾਰਾ ਰਸ ਹੀ ਹੈ ਨਾ। ਪਾਵਨ ਗੁਰਬਾਣੀ ਦੇ ਵਿੱਚ ਬਚਨ ਹਨ, ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ। ਇਹ ਗੁਰੂ ਕੀ ਪਵਿੱਤਰ ਬਾਣੀ, ਇਹ ਅੰਮ੍ਰਿਤ ਦੀਆਂ ਧਾਰਾਂ ਹਨ। ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨਾ ਮਨ ਤੇ ਟਾਰੀ। ਸਤਿਗੁਰੂ ਕਹਿੰਦੇ ਜੇ ਸਾਡੀ ਪਿਆਰੀ ਜਿਹੜੀ ਬਾਣੀ ਹੈ, ਇਹ ਅੰਮ੍ਰਿਤ ਦੀਆਂ ਧਾਰਾਂ ਹਨ। ਤਾਂ ਹੀ ਤਾਂ ਗੁਰਾਂ ਨੇ ਇੱਕ ਨਿਮਖ ਮਾਤਰ ਵੀ ਆਪਣੇ ਜੀਵਨ ਦੇ ਵਿੱਚੋਂ ਇਸ ਨੂੰ ਟਾਲਿਆ ਨਹੀਂ। ਵਾਕਿਆ ਹੀ ਇਹ ਗੱਲ ਸੱਤ ਹੈ। ਆਪਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਪਾਵਨ ਇਤਿਹਾਸ ਪੜ੍ਹਦੇ ਹਾਂ। ਚਾਹੇ ਗੁਰੂ ਕੇ ਸਿੱਖ ਸੀਸ ਦੇ ਉੱਪਰ ਚੌਰ ਬਰਦਾਰ ਦੀ ਸੇਵਾ ਨਿਭਾਉਂਦੇ ਹਨ, ਚਾਹੇ ਅਨੇਕਾਂ ਸਿੱਖ ਸੰਗਤਾਂ ਆਣ ਕੇ ਚਰਨਾਂ ਦੇ ਵਿੱਚ ਨਮਸਕਾਰਾਂ ਕਰਦੀਆਂ, ਬਹੁ ਮੁੱਲੀਆਂ ਚਾਨਣੀਆਂ ਸਤਿਗੁਰੂ ਸਾਹਿਬ ਜੀ ਦੇ ਪਾਵਨ ਸੀਸ ਦੇ ਉੱਪਰ ਸ਼ੋਭਾ ਪਾਉਂਦੀਆਂ ਹਨ। ਸਤਿਗੁਰੂ ਫਿਰ ਵੀ ਆਪਣੀ ਪਾਵਨ ਮੁਬਾਰਕ ਰਸਨਾ ਤੋਂ ਪ੍ਰਮਾਤਮਾ ਦੀ ਬਾਣੀ ਉਚਾਰਦੇ। ਤੇ ਜੇ ਸਰੀਰ ਦੇ ਉੱਪਰ ਛਾਲੇ ਛਾਲੇ ਹਨ, ਇਵੇਂ ਕਹਿ ਲਈਏ ਕਿ ਚਰਨਾਂ ਦੇ ਵਿੱਚ ਸਾਰੇ ਸਰੀਰ ਦੇ ਵਿੱਚ ਇੰਨੇ ਛਾਲੇ, ਕਿਉਂਕਿ ਦੇਗ ਦੇ ਵਿੱਚ ਉਬਾਲਿਆ ਗਿਆ, ਸੀਸ ਦੇ ਉੱਪਰ ਤੱਤੀ ਰੇਤਾ ਪਈ, ਸਾਰਾ ਸਰੀਰ ਛਨਣੀ ਛਨਣੀ ਹੋ ਗਿਆ ਛਾਲਿਆਂ ਦੇ ਨਾਲ। ਭਾਈ ਜੇਠਾ ਜੀ ਵਰਗੇ ਸਰੀਰ ਦਾ ਆਸਰਾ ਦੇ ਕੇ ਰਾਵੀ ਦੇ ਕਿਨਾਰੇ ਖੜਿਆ। ਇੰਨੇ ਦੁੱਖ ਭਰੇ ਹਾਲਾਤ ਦੇ ਵਿੱਚ ਵੀ ਸਤਿਗੁਰੂ ਸਾਹਿਬ ਜੀ ਨੇ ਪਾਵਨ ਮੁਬਾਰਕ ਰਸਨਾ ਤੋਂ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕੀਤਾ, ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਹੈ, ਗੁਰੂ ਕੇ ਸਿੱਖਾਂ ਕੋਲੋਂ ਕੀਰਤਨ ਸਰਵਣ ਕੀਤਾ ਹੈ। ਇਹ ਮਹਾਂਪੁਰਸ਼ ਸ੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਬਚਨ। ਇਧਰ ਧੰਨ ਦਸ਼ਮੇਸ਼ ਪਿਤਾ ਜੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਸਜੇ ਹੋਏ ਦਰਬਾਰ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਵਿੱਚ ਚੰਦਨ ਦੀ ਚੌਂਕੀ ਸ਼ੋਭਾਇਮਾਨ ਹੈ। ਪੰਜ ਕਲਾ ਸ਼ਸਤਰ ਸਤਿਗੁਰੂ ਸਾਹਿਬ ਜੀ ਦੇ ਪਾਸ ਹੈ। ਪ੍ਰਸਾਦੀ ਹਾਥੀ ਹੈ। ਲੱਖਾਂ ਦੀ ਕੀਮਤ ਵਾਲੀ ਸਤਿਗੁਰੂ ਸਾਹਿਬ ਜੀ ਦੇ ਪਾਵਨ ਸੀਸ ਦੇ ਉੱਪਰ ਜਿਹੜੀ ਚੰਦੋਆ ਹੈ, ਚਾਂਦਨੀ ਹੈ, ਉਹ ਸ਼ੋਭਾ ਪਾ ਰਹੀ ਹੈ। ਕੋਲ ਗੁਰੂ ਕੇ ਸਿੱਖ ਤੇ ਕੀ ਇਹੋ ਜਿਹੇ ਪ੍ਰਸਾਦੀ ਹਾਥੀ ਸ਼ਾਮਲ ਹਨ, ਜਿਹੜੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦਾ ਜਿਹੜੀ ਸੇਵਾ ਕਰਦੇ ਹਨ। ਪਹਿਲੋਂ ਜਲ ਲਿਆਣ ਕੇ ਧਵਾਉਂਦੇ ਹਨ, ਤੌੜੀਏ ਦੇ ਨਾਲ ਸਾਫ਼ ਕਰਦੇ ਹਨ। ਸਿੱਖਾਂ ਦੀ ਜਗ੍ਹਾ ਦੇ ਉੱਪਰ ਆਪ ਆਪਣੀ ਸੁੰਡ ਦੇ ਵਿੱਚ ਫੜ ਕੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਸੀਸ ਦੇ ਉੱਪਰ ਚੌਰ ਬਰਦਾਰ ਦੀ ਸੇਵਾ ਕਰਦੇ, ਗੁਰੂ ਕੀ ਸੰਗਤ ਦੀ ਸੇਵਾ ਕਰਦੇ ਹਨ। ਸਤਿਗੁਰੂ ਤਾਂ ਵੀ ਵਾਹਿਗੁਰੂ ਪ੍ਰਮਾਤਮਾ ਦੇ ਰੰਗ ਦੇ ਵਿੱਚ ਰਤੇ ਹੋਏ ਉਸ ਪ੍ਰਮਾਤਮਾ ਦੀ ਮਹਿਮਾ ਉਚਾਰ ਰਹੇ।
ਤੇ ਜੇ ਇੰਨਾ ਵਿਖੜਾ ਵਿਸ਼ਵਾਰ ਸਮਾਂ ਆ ਗਿਆ ਹੈ, ਵਸਦਾ ਰਸਦਾ ਸ੍ਰੀ ਅਨੰਦਪੁਰ ਸਾਹਿਬ ਤਿਆਗਤਾ। ਗੁਰੂ ਕੀ ਸਿੰਘ ਨੇਤਰਾਂ ਦੇ ਅੱਗੇ ਰਣ ਤੱਤੇ ਦੇ ਵਿੱਚ ਸ਼ਹੀਦ ਹੋਏ ਹਨ। ਜਿਹੜਾ ਪਰਿਵਾਰ ਹੈ ਉਹ ਕੁਛ ਪਿੱਛੇ ਹੈ। ਸਤਿਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਰਣ ਤੱਤੇ ਦੇ ਵਿੱਚ ਜੂਝ ਰਹੇ ਹਨ, ਪਰ ਫਿਰ ਵੀ ਸਰਸਾ ਦੇ ਕਿਨਾਰੇ ਦੇ ਉੱਪਰ ਸਤਿਗੁਰੂ ਜੀ ਕਹਿੰਦੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕਰੀਏ ਪਿਆਰੇ ਭਾਈ ਦਇਆ ਸਿੰਘ ਜੀ। ਇਸ ਵਾਸਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਇਹ ਜਿਹੜੀ ਸਾਡੀ ਪਿਆਰੀ ਬਾਣੀ ਹੈ, ਇਹ ਗੁਰਾਂ ਨੂੰ ਜੀਵਨ ਦੇ ਵਿੱਚੋਂ ਟਾਰੀ ਕਦੀ ਨਹੀਂ, ਇਹ ਅੰਮ੍ਰਿਤ ਦੀਆਂ ਧਾਰਾਂ ਹਨ। ਪਰ ਯਾਦ ਰੱਖਿਓ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ ਹੈ, ਕਾਉ ਕਪੂਰ ਨ ਚਖਈ ਦੁਰਗੰਧ ਸੁਖਾਵੇ। ਜਿਹੜਾ ਕਾਂ ਹੈ ਉਹ ਕਦੀ ਵੀ ਕਪੂਰ ਨਹੀਂ ਖਾਂਦਾ। ਇਵੇਂ ਜਿਹੜੇ ਬੇਮੁਖ ਨਾਸਤਕ ਹਨ, ਗੁਰੂ ਦੇ ਉੱਪਰ ਸ਼ੰਕਾਵਾਦੀ ਲੋਕ ਹਨ, ਉਹ ਇਹ ਗੱਲ ਕਹਿੰਦੇ ਹਨ ਰੋਜ਼-ਰੋਜ਼ ਨਿਤਨੇਮ ਕਰਨ ਦਾ ਕੀ ਫਾਇਦਾ, ਕੀ ਫਾਇਦਾ ਹੈ ਬਾਣੀ ਪੜਨ ਦਾ। ਉਹਨਾਂ ਦੀ ਬਿਰਤੀ ਉਹ ਕਾਂ ਵਰਗੀ ਹੈ, ਗੰਦਗੀ ਖਾਣ ਦੇ ਵਿੱਚ ਉਹਨਾਂ ਨੂੰ ਆਨੰਦ ਆਉਂਦਾ ਹੈ। ਇੱਕ ਉਦਾਸੀ ਮਹਾਤਮਾ ਦਾ ਬੋਲ ਹੈ, ਕਹਿੰਦੇ ਦਾਖ ਪੱਕੈ ਮੁਖ ਪਾਕਈ ਹੋਤ ਕਾਕ ਕਉ ਰੋਗ। ਜਦੋਂ ਦਾਖਾਂ ਪੱਕਦੀਆਂ ਨਾ, ਦਾਨੇ ਪੁਰਖ ਬੜੀ ਚਾਈ ਚਾਈ ਖਾਂਦੇ, ਪਰ ਜੇ ਉਹ ਦਾਖ ਕਿਤੇ ਕਾਂ ਮੂੰਹ ਚ ਪਾ ਲਵੇ ਉਹਦਾ ਮੂੰਹ ਪੱਕ ਜਾਂਦਾ, ਉਹ ਰੋਗੀ ਹੋ ਜਾਂਦਾ ਉਹ ਦਾਖ ਖਾਣ ਦੇ ਨਾਲ। ਇਵੇਂ ਇੱਕ ਨਹੀਂ ਅਨੇਕਾਂ ਪ੍ਰਮਾਣ ਹਨ ਗੁਰੂ ਕੀ ਬਾਣੀ ਦੇ ਵਿੱਚ। ਸਤਿਗੁਰੂ ਕਹਿੰਦੇ ਜਦੋਂ ਧਰਤੀ ਦੇ ਉੱਪਰ ਮੀਂਹਾਂ ਦੀ ਰੁੱਤ ਹੁੰਦੀ ਹੈ ਤੇ ਜਿਤਨੇ ਵੀ ਜਿਹੜੀ ਬਨਸਪਤੀ ਉਹ ਹਰੀ ਹੁੰਦੀ ਹੈ, ਤੇ ਜਿਹੜਾ ਅੱਕ ਹੈ ਉਹ ਸੁੱਕਣਾ ਸ਼ੁਰੂ ਹੋ ਜਾਂਦਾ ਹੈ। ਜਿਸ ਵੇਲੇ ਦਿਨ ਚੜ੍ਹਦਾ ਹੈ, ਦੁਨੀਆ ਦੇ ਲੋਕ ਕਹਿੰਦੇ ਹਨ ਹੇ ਵਾਹਿਗੁਰੂ ਪ੍ਰਮਾਤਮਾ ਸ਼ੁਕਰ ਹੈ ਤੇ ਰਾਤ ਤੋਂ ਆਪਣੇ ਭਾਣੇ ਅੰਦਰ ਬਤੀਤ ਕਰਾਈ ਹੈ, ਦਿਨ ਵੇਲੇ ਕੰਮ ਕਾਜ ਕਰਾਈ, ਤੇਰੇ ਭਾਣੇ ਅੰਦਰ ਇਹ ਦਿਨ ਲੰਘੇ, ਉਹ ਸ਼ੁਕਰ ਕਰਦੇ ਹਨ। ਪਰ ਜਿਹੜਾ ਉੱਲੂ ਹੈ, ਉਹ ਭਾਈ ਗੁਰਦਾਸ ਜੀ ਨੇ ਕਿਹਾ ਉੱਲੂ ਦੁੱਖ ਪਾਵੇ, ਉਹਨੂੰ ਵਿਚਾਰਿਆਂ ਨੂੰ ਦੁੱਖ ਮਿਲਦਾ। ਇਸ ਵਾਸਤੇ ਹਰੇਕ ਚੀਜ਼ ਹਰੇਕ ਲਈ ਮਾਫਕ ਨਹੀਂ ਹੈ। ਇਵੇਂ ਜਿਹੜੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜਿਨ੍ਹਾਂ ਪੜ੍ਹਿਆ ਨਹੀਂ, ਜਾਣਿਆ ਨਹੀਂ, ਕੀ ਹੈ ਸਤਿਗੁਰੂ ਸਾਹਿਬ ਜੀ ਦਾ ਇਸ ਬਾਣੀ ਦੇ ਪ੍ਰਥਾਏ ਬਚਨ ਤੇ ਕੀ ਬਖਸ਼ਿਸ਼ਾਂ ਹਨ ਗੁਰੂ ਕੀ ਬਾਣੀ ਦੇ ਪੜਨ ਦੇ ਨਾਲ ਕੀ ਮਿਲਦੀਆਂ ਹਨ, ਉਹ ਤਾਂ ਜਿਨ੍ਹਾਂ ਨੇ ਗੁਰੂ ਕੇ ਸਿੰਘਾਂ ਦੀ ਸੰਗਤ ਕੀਤੀ ਹੈ, ਜਿਨ੍ਹਾਂ ਨੂੰ ਪ੍ਰਾਪਤ ਹੋਈਆਂ ਹਨ, ਉਹਨਾਂ ਨੂੰ ਹੀ ਪਤਾ ਹੈ ਨਾ। ਤੇ ਜਿਨ੍ਹਾਂ ਕੇਵਲ ਸੋਈ ਇੱਥੇ ਰੱਖੀ ਹੋਈ ਹੈ ਵੀ ਕੀ ਮਿਲੇਗਾ ਜਾਦੇ ਜਪਜੀ ਸਾਹਿਬ ਦੇ ਪਾਠ ਕਰਕੇ, ਕੀ ਮਿਲੇਗਾ ਇਹਨਾਂ ਨਿਤਨੇਮ ਕਰਕੇ, ਉਹਨਾਂ ਨੂੰ ਤੇ ਵਾਕਿਆ ਹੀ ਕੁਛ ਨਹੀਂ ਮਿਲਣਾ, ਉਹਨਾਂ ਨੂੰ ਤੇ ਵਾਕਿਆ ਹੀ ਕੁਛ ਨਹੀਂ ਪ੍ਰਾਪਤ ਹੋਣਾ, ਕਿਉਂਕਿ ਉਹਨਾਂ ਦੀ ਬਿਰਤੀ ਕਾਂ ਵਰਗੀ ਹੈ। ਹੁਣ ਕਾਂ ਕਿਵੇਂ ਕਪੂਰ ਖਾਵੇ, ਕਾਂ ਕਿਵੇਂ ਮੁਖ ਦੇ ਵਿੱਚ ਦਾਖ ਪਾਵੇ, ਉਹਨੂੰ ਰੋਗ ਵੀ ਹੋ ਜਾਣਾ ਵਿਚਾਰੇ ਦਾ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਸ ਇਹ ਜਗਾਏ ਪੀਆਵੇ ਇਹੋ ਰਸ। ਇਹ ਜਿਹੜਾ ਅੰਮ੍ਰਿਤ ਧਾਰੀ ਬਾਣੀ ਦਾ ਰਸ ਹੈ ਨਾ, ਸਤਿਗੁਰੂ ਕਿਰਪਾ ਕਰਕੇ ਜਿਸ ਨੂੰ ਇਹ ਜਗਾ ਦੇਣ, ਇਹ ਗਿਆਨ ਬਖਸ਼ਿਸ਼ ਕਰ ਦੇਣ ਤੇ ਕਹਿਣ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਸ ਦੇ ਉੱਪਰ ਇਹ ਬਖਸ਼ਿਸ਼ ਕਰ ਦੇਣ, ਬਾਣੀ ਬਿਰਲੋ ਵਿਚਾਰ ਸੇ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ। ਉਹਨਾਂ ਨੇ ਅਕਥ ਸਵਰੂਪ ਜੋ ਵਾਹਿਗੁਰੂ ਪ੍ਰਮਾਤਮਾ ਜੋ ਕਥਨ ਤੋਂ ਰਹਿਤ ਹੈ, ਉਸ ਦੀ ਕਥਾ ਨੂੰ ਜਾਣ ਲਿਆ ਹੈ। ਜਾ ਕਉ ਆਏ ਸੋਈ ਬਿਹਾਜਹੁ, ਹਰ ਗੁਰ ਤੇ ਮਨਹਿ ਬਸੇਰਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਗੁਰਸਿੱਖਾ, ਜਿਸ ਕਾਰਨ ਇਸ ਸੰਸਾਰ ਦੇ ਵਿੱਚ ਆਇਆ ਹੈ ਉਸ ਚੀਜ਼ ਇਕੱਤਰ ਕਰ। ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਉਹ ਚੀਜ਼ ਹੈ? ਗੁਰੂ ਕੀ ਬਾਣੀ ਦਾ ਬਚਨ ਹੈ, ਜਿਸ ਜਲ ਨਿਧ ਕਾਰਨ ਤੁਮ ਜਗ ਆਏ,
ਸੋ ਅੰਮ੍ਰਿਤ ਗੁਰ ਪਾਹੀ ਜਿਉ, ਛੋਡਹੁ ਵੇਸ ਭੇਖ ਚਤੁਰਾਈ, ਦੁਬਿਧਾ ਇਹ ਫਲ ਨਾਹੀ ਜੀ। ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਜਿਸ ਕਾਰਨ ਵਾਸਤੇ ਇਹ ਸਰੀਰ ਮਿਲਿਆ, ਉਹ ਜਿਹੜਾ ਕਾਰਨ ਕੀ ਹੈ? ਨਾਮ। ਤੇ ਗੁਰੂ ਕੀ ਬਾਣੀ ਕਹਿੰਦੀ ਸੋ ਅੰਮ੍ਰਿਤ, ਉਹ ਨਾਮ ਰੂਪੀ ਅੰਮ੍ਰਿਤ ਗੁਰੂ ਦੇ ਕੋਲ ਹੈ। ਤੇ ਗੁਰੂ ਦੇ ਕੋਲੋਂ ਪ੍ਰਾਪਤ ਕਿਵੇਂ ਹੁੰਦਾ ਹੈ? ਨਾਮ ਜਪਣਾ ਬੇਸ਼ੱਕ ਮਾੜੀ ਗੱਲ ਨਹੀਂ ਹੈ, ਪਰ ਮਾਫ ਕਰਿਓ, ਉਹਨਾਂ ਚਿਰ ਤੱਕ ਨਾਮ ਜਪਿਆ ਸਫਲ ਨਹੀਂ ਜਿੰਨਾ ਚਿਰ ਤੱਕ ਗੁਰੂ ਦੇ ਕੋਲੋਂ ਨਾਮ ਦੀ ਪ੍ਰਾਪਤੀ ਨਹੀਂ ਲਈ। ਫਿਰ ਆਪਾਂ ਗੁਰੂ ਵਾਲੇ ਕਹਿਲਾਵਾਂਗੇ, ਫਿਰ ਅਸੀਂ ਕਹਿਣਗੇ ਵੀ ਵਾਕਿਆ ਸਿੱਖ ਹੈ, ਇਹ ਨਾਮ ਜਪਦਾ ਹੈ। ਤੇ ਜਿੰਨਾ ਚਿਰ ਤੱਕ ਅਸੀਂ ਨਾਮ ਹੀ ਨਹੀਂ ਪ੍ਰਾਪਤ ਕੀਤਾ, ਜਿੰਨਾ ਮਰਜ਼ੀ ਜਪ ਲਈਏ ਪਰ ਬਹੁਤਾ ਲਾਭ ਨਹੀਂ ਉਸ ਦਾ ਮਿਲੇਗਾ। ਤਾਂ ਸਤਿਗੁਰੂ ਸਾਹਿਬ ਜੀ ਨੇ ਇਹ ਮਰਿਆਦਾ ਬੱਝੀ ਹੈ। ਗੁਰੂ ਕੀ ਪਵਿੱਤਰ ਬਾਣੀ ਨੂੰ ਪੜ੍ਹੋ। ਗੁਰੂ ਕੀ ਬਾਣੀ ਦੇ ਵਿੱਚ ਇਹ ਗੱਲ ਵਾਰ-ਵਾਰ ਲਿਖੀ, ਜਿਹੜਾ ਨਾਮ ਦਾ ਦਾਤਾ ਹੈ ਉਹ ਸਤਿਗੁਰੂ ਹੈ। ਤੇ ਗੁਰੂ ਨੂੰ ਛੱਡ ਕੇ ਹੋਰਾਂ ਹੱਟੀਆਂ ਦੇ ਉੱਪਰੋਂ ਨਾਮ ਖਰੀਦੀਏ, ਫਿਰ ਜੀਵਨ ਦਾ ਭਲਾ ਕਿੱਥੇ? ਫਿਰ ਸਤਿਗੁਰੂ ਨੇ ਮਰਿਆਦਾ ਬੰਨ੍ਹਤੀ ਵੀ ਜਿਹੜਾ ਨਾਮ ਪ੍ਰਾਪਤ ਕਰਨਾ ਹੈ ਉਹਦੀ ਮਰਿਆਦਾ ਇਹ ਹੈ ਕਿ ਪਹਿਲੋਂ ਪੰਜ ਪਿਆਰੇ ਸਾਹਿਬਾਨਾਂ ਕੋਲੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ। ਅੰਮ੍ਰਿਤ ਫਿਰ ਤੁਹਾਨੂੰ ਨਾਮ ਦੀ ਦਾਤ ਦਿੱਤੀ ਜਾਵੇਗੀ, ਫਿਰ ਉਹ ਨਾਮ ਅੰਦਰੋਂ ਜੀਵਨ ਦੇ ਵਿੱਚ ਸਾਖਿਆਤ ਹੋਵੇਗਾ। ਕਿਵੇਂ? ਜਿਵੇਂ ਉਦਾਹਰਨ ਦੇ ਤੌਰ ਤੇ, ਪ੍ਰਮਾਣ ਦੇ ਤੌਰ ਤੇ, ਆ ਪਿਛਲੇ ਸਮੇਂ ਜਾਂ ਹੁਣ ਵੀ ਘਰਾਂ ਦੇ ਵਿੱਚ ਨਲਕੇ ਲਾਉਂਦੇ ਸਨ, ਤੇ ਨਲਕਾ ਜਦੋਂ ਐਨ ਉਸ ਦੇ ਵਿੱਚ ਸਾਰੀ ਮਸ਼ੀਨ ਫਿੱਟ ਹੋ ਜਾਣੀ, ਹੱਥੀ ਫਿੱਟ ਹੋ ਜਾਣੀ, ਤੇ ਜਿਹੜਾ ਸਿਆਣਾ ਮਿਸਤਰੀ ਸੀ ਉਹ ਕਹਿੰਦਾ ਸੀ ਵੀ ਪਹਿਲੋਂ ਇੱਕ ਬਾਲਟੀ ਪਾਣੀ ਦੀ ਲਿਆਓ। ਤੇ ਜੇ ਉਹੋ ਜਿਹਾ ਹੋਵੇ ਤੇ ਉਹ ਕਹੇ ਉਹ ਭਰਾਵਾ ਪਾਣੀ ਕੱਢਣ ਦੇ ਵਾਸਤੇ ਤੇ ਘਰ ਦੇ ਵਿੱਚ ਨਲਕਾ ਲਾਇਆ, ਜੇ ਇਹ ਨਲਕੇ 'ਚ ਹੀ ਪਾਣੀ ਪਾਉਣਾ ਤੇ ਫਿਰ ਨਲਕਾ ਲਾਉਣ ਦਾ ਕੀ ਫਾਇਦਾ? ਪਰ ਜਿਹੜਾ ਸਿਆਣਾ ਮਿਸਤਰੀ ਉਹ ਪਹਿਲੋਂ ਬਾਲਟੀ, ਇੱਕ ਬਾਲਟੀ ਜਾਂ ਦੋ ਬਾਲਟੀਆਂ, ਜਿਸ ਥਾਣੀ ਪਾਣੀ ਬਾਹਰ ਆਉਣਾ ਹੈ ਨਾ ਉਸ ਛੇਕ ਥਾਣੀ ਪਹਿਲੋਂ ਉਸ ਦੇ ਪਾਣੀ ਅੰਦਰ ਘਲਾਉਂਦਾ। ਤੇ ਜੇ ਪੁੱਛੀਏ ਤੇ ਉਹ ਕਹਿੰਦਾ ਹੈ ਵੀ ਪਾਣੀ ਮਿੱਠਾ ਨਿਕਲਦਾ। ਇਵੇਂ ਆ ਮੋਟਰਾਂ ਤੇ ਬੋਰ ਹੁੰਦੇ ਨਾ, ਜਿੰਨੇ ਪਹਿਲੋਂ ਉਸ ਦੇ ਵਿੱਚ ਕੁਝ ਬਾਲਟੀਆਂ ਪਾਣੀ ਪਾਇਆ ਜਾਂਦਾ। ਜਦੋਂ ਪਤਾ ਹੈ ਵੀ ਤਹਿ ਦੇ ਉੱਪਰ ਪਾਣੀ ਇਹ ਚਲੇ ਗਿਆ ਹੈ, ਬਾਹਰੋਂ ਪਿਆ, ਫਿਰ ਮੋਟਰ ਚਲਾਉਂਦੇ, ਫਿਰ ਪਾਣੀ ਬਾਹਰ ਆਉਂਦਾ। ਇਵੇਂ ਕਹਿ ਲਈਏ ਕਿ ਸਤਿਗੁਰੂ ਨੇ ਸਾਡੇ ਮੁਖ ਦੇ ਵਿੱਚ ਅੰਮ੍ਰਿਤ ਪਾਇਆ ਤੇ ਫਿਰ ਗੁਰੂ ਨੂੰ ਸਾਖਸ਼ਾਤ ਕਰਕੇ ਗੁਰੂ ਕੇ ਪੰਜ ਪਿਆਰੇ ਸਾਹਿਬਾਨਾਂ ਨੇ ਇਸ ਮੁਖ ਦੇ ਦੁਆਰਾ ਨਾਮ ਸਾਡੇ ਅੰਦਰ ਪਾਇਆ। ਹੁਣ ਜਿਵੇਂ ਜਲ ਪਾਇਆ ਉਸ ਦੇ ਵਿੱਚੋਂ ਜਲ ਨਿਕਲਿਆ, ਮਿੱਠਾ ਨਿਕਲਿਆ, ਐਵੇਂ ਜਿਹੜਾ ਨਾਮ ਅੰਦਰ ਪਿਆ, ਜਿਵੇਂ ਜਿਵੇਂ ਜਦੋਂ ਉਹਨੂੰ ਚਲਾਉਣੇ ਆ, ਜਿਵੇਂ ਜਿਵੇਂ ਜਪਾਂਗੇ ਤਿਵੇਂ ਤਿਵੇਂ ਉਹ ਜਿਹੜੀਆਂ ਅੰਮ੍ਰਿਤ ਦੀਆਂ ਧਾਰਾਂ ਸਾਡੇ ਅੰਦਰੋਂ ਨਿਕਲਣਗੀਆਂ। ਗੁਰਮੁਖ ਗੁਰਸਿੱਖ ਦੱਸਦੇ ਨਾ ਕਿ ਚਾਰ ਅਵਸਥਾ ਹਨ। ਸਾਰਿਆਂ ਦੇ ਨਾਲੋਂ ਪਹਿਲੋਂ ਰਸਨਾ ਦੇ ਦੁਆਰਾ ਗੁਰੂ ਕੇ ਸਿੱਖ ਜਪਦੇ ਹਨ। ਰਸਨਾ ਦੇ ਦੁਆਰਾ ਜਪ ਕੇ ਆਪਣੇ ਜੀਵਨ ਦਾ ਭਲਾ ਕਰਦੇ ਹਨ। ਫਿਰ ਕੰਠ ਦੇ ਦੁਆਰਾ ਜਪਦੇ ਹਨ। ਫਿਰ ਹੌਲੀ ਹੌਲੀ ਨਾਭੀ ਦੇ ਦੁਆਰਾ ਵਾਹਿਗੁਰੂ ਪ੍ਰਮਾਤਮਾ ਦਾ ਸਿਮਰਨ ਕਰਦੇ ਹਨ। ਫਿਰ ਇੱਕ ਐਸੀ ਅਵਸਥਾ ਹੈ ਕਿ ਨਾ ਜ਼ੁਬਾਨ ਹਿਲਦੀ ਹੈ, ਸਰੀਰ ਵੀ ਐ ਸੁਭਾਵਿਕ ਤੁਰਿਆ ਫਿਰਿਆ ਹੈ, ਪਰ ਫਿਰ ਵੀ ਜਾਪ ਹੈ। ਇਵੇਂ ਅਵਸਥਾ ਇੱਥੋਂ ਤੱਕ ਵੱਧ ਜਾਂਦੀ ਹੈ ਕਿ ਕੱਲੇ ਰੋਮ ਦੇ ਵਿੱਚੋਂ ਰੱਬ ਦਾ ਨਾਮ ਜਿਹੜਾ ਹੈ ਉਹ ਚੱਲਣਾ ਸ਼ੁਰੂ ਹੋ ਜਾਂਦਾ ਹੈ। ਹੌਲੀ ਹੌਲੀ ਅਵਸਥਾ ਮਿਲ ਜਾਂਦੀ ਹੈ ਨਾ, ਜਿਵੇਂ ਜਿਵੇਂ ਪਾਣੀ ਨਿਕਲੀ ਜਾਵੇ ਤਿਵੇਂ ਤਿਵੇਂ ਮਿੱਠਾ ਨਿਕਲੀ ਆਉਂਦਾ। ਇਵੇਂ ਗੁਰੂ ਕੇ ਸਿੱਖ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਮਹਾਰਾਜ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ
ਜਿਸ ਚੀਜ਼ ਦੇ ਵਾਸਤੇ ਸੰਸਾਰ ਦੇ ਵਿੱਚ ਆਏ ਹੋ ਉਹ ਬਿਹਾਜਾ ਹੋ। ਬਿਹਾਜਾ ਦਾ ਅਰਥ ਉਸ ਦੀ ਖਰੀਦ ਕਰੋ। ਹਰ ਗੁਰ ਤੇ ਮਨੇ ਬਸੇਰਾ, ਉਹ ਜਿਹੜੀ ਖਰੀਦ ਕਸ਼ਤੀ ਕਰਨੀ ਹੈ ਨਾਮ ਦੀ, ਉਹ ਗੁਰੂ ਦੇ ਕਾਰਨ ਹਿਰਦੇ ਦੇ ਵਿੱਚ ਵਸੇਗੀ। ਨਿਜ ਘਰ ਮਹਿਲ ਪਾਵਹੁ ਸੁਖ ਸਹਜੇ, ਬਹੁਰ ਨਾ ਹੋਏਗੋ ਫੇਰਾ। ਨਿਜ ਘਰ ਦਾ ਜਿਹੜਾ ਮਹਿਲ ਸਰੂਪ ਹੈ ਨਾ, ਉਸ ਨੂੰ ਪ੍ਰਾਪਤ ਕਰੋ ਤਾਂ ਸੁਭਾਵਿਕ ਹੀ ਜੀਵਨ ਦੇ ਵਿੱਚ ਸੁੱਖ ਦੀ ਪ੍ਰਾਪਤੀ ਹੋਵੇਗੀ, ਸ਼ਾਂਤੀ ਦੀ ਪ੍ਰਾਪਤੀ ਹੋਵੇਗੀ। ਕਿਉਂਕਿ ਗੁਰਬਾਣੀ ਨੇ ਇਹ ਬਚਨ ਕਿਹਾ ਹੈ ਕਿ ਦੁਨੀਆ ਦੇ ਲੋਕ ਸੁੱਖ ਭਾਲਦੇ ਤਾਂ ਹਨ, ਪਰ ਜਿਹੜੀਆਂ ਚੀਜ਼ਾਂ ਦੇ ਵਿੱਚੋਂ ਅਸਲ ਦੇ ਵਿੱਚ ਸੁੱਖ ਭਾਲਦੇ ਉਹ ਦੁੱਖ ਰੂਪ ਆ। ਜਿਹੜੀਆਂ ਹੈ ਹੀ ਦੁੱਖ ਰੂਪ, ਉੱਥੋਂ ਕਿੱਥੋਂ ਸੁੱਖ ਪ੍ਰਾਪਤ ਹੋ ਜਾਵੇ। ਵਿਦਵਾਨਾਂ ਨੇ ਬੋਲ ਕਿਹਾ, ਸੁਖ ਨਾਮ ਮਨ ਕੀ ਇਕਾਗਰਤਾ ਕੋ ਜਾਣੀ। ਜਿੰਨਾ ਚਿਰ ਇਕਾਗਰ ਮਨ ਨਹੀਂ ਹੋਇਆ ਉਹਨਾਂ ਚਿਰ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਮਾਰੇ ਕਹਿੰਦੇ ਨਿਜ ਘਰ ਮਹਿਲ, ਨਿਜ ਸਵਰੂਪ ਦੀ ਪ੍ਰਾਪਤੀ ਕਰੋ, ਨਿਜ ਘਰ ਦੇ ਵਿੱਚ ਜੀਵਨ ਦੇ ਵਿੱਚ ਵਾਸਾ ਕਰੋ, ਫਿਰ ਸੁਖ ਸਹਿਜ ਸੁਭਾਵਿਕ ਹੀ ਸੁਖ ਪ੍ਰਾਪਤ ਹੋ ਜਾਵੇਗਾ, ਜਿਸ ਦੇ ਕਾਰਨ ਬਾਅਦ ਦੇ ਵਿੱਚ ਜਿਹੜਾ ਜੰਮਣ ਮਰਨ ਦਾ ਫੇਰਾ ਉਹ ਨਹੀਂ ਹੋਏਗਾ। ਅੰਤਰ ਜਾਮੀ ਪੁਰਖ ਵਿਧਾਤੇ, ਸਰਦਾ ਮਨ ਕੀ ਪੂਰੇ। ਸਤਿਗੁਰੂ ਜੀ ਪਾਵਨ ਸ਼ਬਦ ਦੀਆਂ ਸੰਪੂਰਨਤਾ ਵਾਲੀਆਂ ਪੰਕਤੀਆਂ ਉਚਾਰਨ ਕਰਦੇ ਹੋਏ ਬਖਸ਼ਿਸ਼ ਕਰਦੇ ਐਵੇਂ ਬੇਨਤੀ ਕਰੋ, हे ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਅੰਤਰਜਾਮੀ, ਪੁਰਖ ਪੁਰੀਆਂ ਨੂੰ ਖੈ ਕਰਨ ਦੀ ਸਮਰੱਥਾ ਰੱਖਦਾ ਹੈ, ਜਾਂ ਖੈ ਆਕਾਸ਼ ਵਾਂਗੂ ਸਾਰੀ ਪੁਰੀਆਂ ਦੇ ਵਿੱਚ ਸਮਾਇਆ ਹੋਇਆ, ਤੂੰ ਆਦਿਕ ਨਰਕਾਂ ਤੋਂ ਰੱਖਿਆ ਕਰਨ ਵਾਲਾ, ਜੀਵਾਂ ਦੇ ਕਰਮਾਂ ਦੇ ਮੁਤਾਬਕ ਤੂੰ ਫਲ ਬਰਦਾਤਾ ਹੈ। ਸਰਦਾ ਮਨ ਕੀ ਪੂਰੇ, ਸਾਡੇ ਜੀਵਨ ਦੀ ਜੋ ਸ਼ਰਧਾ ਹੈ ਮਨ ਦੇ ਵਿੱਚ ਉਹ ਪੂਰੀ ਕਰ ਦੇਣਾ ਕਰ। ਨਾਨਕ ਦਾਸ ਇਹ ਸੁਖ ਮੰਗੈ, ਮੋਹ ਕਉ ਕਰ ਸੰਤਨ ਕੀ ਧੂਰੇ। हे ਸਤਿਗੁਰੂ ਜੀ, ਅਸੀਂ ਤੁਹਾਡੇ ਚਰਨਾਂ ਦੇ ਵਿੱਚੋਂ ਕੇਵਲ ਇਹੀ ਸੁਖ ਮੰਗਦੇ ਹਾਂ ਜਿਹੜੇ ਤੇਰੇ ਰੰਗ ਰਤੜੇ ਸਾਧੂ ਸੰਤ ਹਨ, ਸ਼ਾਂਤ ਚਿੱਤ ਵਾਲੇ, ਉਹਨਾਂ ਦੀ ਸਾਨੂੰ ਚਰਨ ਧੂੜ ਪ੍ਰਾਪਤ ਕਰਾ। ਉਸ ਉਹਨਾਂ ਦੇ ਮੋਕੋ ਕਰ ਸੰਤਨ ਕੀ ਧੂਰੇ, ਉਹਨਾਂ ਦੇ ਜਿਹੜਾ ਸਾਡਾ ਜੀਵਨ ਹੈ ਨਾ ਉਹ ਧੂੜ ਬਣ ਜਾਵੇ, ਭਾਵ ਉਹਨਾਂ ਦਾ ਬਚਨ ਜੀਵਨ ਦੇ ਵਿੱਚ ਕਦੀ ਕੋਈ ਵੀ ਨਾ ਮੋੜੀਏ, ਜਿਹਦੇ ਨਾਲ ਸਾਡੇ ਜੀਵਨ ਦਾ ਭਲਾ ਹੋ ਸਕੇ। ਗੁਰਬਾਣੀ ਦਾ ਵੀ ਬਚਨ ਹੈ, ਹਰ ਸੰਤਨ ਕਰ ਨਮੋ ਨਮੋ। ਵਾਹਿਗੁਰੂ ਪ੍ਰਮਾਤਮਾ ਦੇ ਚਰਨਾਂ, ਪਿਆਰਿਆਂ ਦੇ ਚਰਨਾਂ ਵਿੱਚ ਸਦਾ ਹੀ ਨਾਮ ਛਕਾ, ਤਾ ਤੂੰ ਪਾਵੇ ਅਤੁੱਲ ਸੁਖ। ਇੰਨਾ ਸੁਖ ਮਿਲੇਗਾ ਇਹ ਕਰਮ ਕਰਨ ਦੇ ਨਾਲ ਜਿਹੜਾ ਤੋਲਿਆ ਹੀ ਨਹੀਂ ਜਾ ਸਕਦਾ। ਇਹ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ੀ ਹੈ। ਗੁਰੂ ਕਿਰਪਾ ਕਰੇ ਗੁਰਬਾਣੀ ਦਾ ਉਪਦੇਸ਼ ਸਾਡੇ ਸਾਰੇ ਗੁਰੂ ਕੇ ਸਿੱਖਾਂ ਦੇ ਹਿਰਦਿਆਂ ਵਿੱਚ ਵਸੇ, ਤਾਂ ਤੇ ਗੁਰੂ ਮਤ ਮੁਤਾਬਕ ਜ਼ਿੰਦਗੀ ਜਿਉਣ ਦੀ ਜਾਚ ਆ ਜਾਵੇ। ਭੁੱਲਾਂ ਮੇਰੀਆਂ ਸਤਿਗੁਰੂ ਦਾ ਬਚਨ ਜਾਣ ਹਿਰਦੇ ਵਿੱਚ ਵਸਾਉਣਾ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਅੰਤਰ ਜਾਮੀ ਪੁਰਖ ਵਿਧਾਤੇ, ਸਰਦਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ, ਮੋਹ ਕਉ ਕਰ ਸੰਤਨ ਕੀ ਧੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ